वाहेगुरु जी का खालसा वाहेगुरु जी की फतेह। सतगुरां दी पावन हजूरी विच दूरों नेड़ेों चल करके संध्या के दीवाना दियां हाजरियां भरते हुए समय के सवासां नूं सफला बना रहे हो। चल रहे सतगुरां दे पावन जीवन कथा दे प्रवाहां विचों आप जी ने सरवण कीता सी। जिस वेले लड़कियां ने जाके राजे शिवनाभ नूं रात दी वार्ता दसी, जिन्हां नूं डलाउण वास्ते असीं गईआं सी, उन्हां ने सानू भी डोलण तो हटा दिता है। राजन को पूरे साधु संत तपस्वी हन। इहो ही ने गुरु नानक साहिब जदों ना बच्चियां दी जुबानों ये सब कुछ सुनिया, राजा शिवनाभ नंगे पैर बहन वास्ते हरे भरे बाग विच आया। दीन दुनिया दे मालक सतगुरां ने राजे नूं वेख के पिठ कर लई। 7.5 घंटे राजा शिवनाभ हाथ जोड़ के चुपचाप खड़ा रहा। एडी लंबी परख तो बाद गुरु साहब पूछते ने, राजन की हाल है तेरा? जो मंगना चाहना है मंग ले। राजे ने फिर लिखिया सिरनामा पढ़िया जो भाई मनसुख शाहूकार ने लिखवाया सी। अपने मन की तसल्ली करना चाहता है भी ये गुरु नानक साहब महाराज वेदियां दी वंश वाले ही ने, करामातां ते बड़ियां वेख लईआं। इत्थों तक आप जियां ने चल रही कथा का आनंद माणिया सी। आओ जी कुछ समा मन चित व्यक्तियां नूं एकाग्र चित बनाइए, पाओ प्रेम दी सांझ। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। मन अब लख कहूँ सब पाछे, जब मैं जान लियूं विद्या अच्छे। दीन दुनिया दे मालक ब्रह्मंडा दे स्वामी गुरु नानक पातशाह जी, जिन्हां दी पावन कथा गुरु अंगद देव साहब जियां दे दरबार विच भाई बाला जी आप सुना रहे ने, जो उन्हां दे नाल बीती है, अखी वेखी है। जदों गुरुदेव सतगुरां ने खुश होके आखिया, राजिया मुख तो मंग ले, तेरे दिल दी इच्छा की है? राजा कहंदा जी मंगां ते बाकियां गल्लां, मैं जिन्हों अपना सज्जन बनाया वो परख ते लमा हुई है। जे मैं गलती नाल किसी होर कोलों मंग लिया, मेरा सच्चा सज्जन रुस जाएगा। मैनू मेरे अंदर दी एक तसल्ली कर लैण दिओ। जे वो तसल्ली हो गई, फिर मैं अपने मन की चाहत भी तुहाडे सन्मुख रखांगा।
ਸੁਣ ਕਰ ਸ੍ਰੀ ਨਾਨਕ ਜਗ ਸਾਈ ਸ੍ਰੀ ਮੁਖ ਸੋ ਸਭ ਗਿਰ ਆਲਾਈ। ਸਤਿਗੁਰਾਂ ਨੂੰ ਪੁੱਛਣਾ ਚਾਹੁੰਦਾ ਰਾਜਾ, ਤੁਸੀਂ ਕੌਣ ਹੋ? ਪਿੰਡ ਸ਼ਹਿਰ ਕਿਹੜਾ ਹੈ? ਨਾਮ ਤੇ ਨਾਨਕ ਹੈ, ਕੁੱਲ ਕਿਹੜੀ ਹੈ? ਆਪ ਨਹੀਂ ਰਾਜੇ ਨੇ ਕੁਝ ਦੱਸਿਆ, ਉਹ ਪੜ੍ਹ ਲੈਂਦਾ ਹੈ ਤੇ ਪੁੱਛਦਾ ਹੈ। ਸਹਿਜ ਸੁਭਾਅ ਗੁਰੂ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਆਵਾਜ਼ ਦਿੱਤੀ, ਮਰਦਾਨੇ ਆ ਬਾਣੀ ਆਈ ਹੈ। ਰਾਜੇ ਨੂੰ ਸੰਬੋਧਨ ਕਰਕੇ ਜੋ ਅੰਮ੍ਰਿਤ ਬਚਨ ਸ਼੍ਰੀ ਮੁਖਵਾਕ ਗੁਰੂ ਦੇਵ ਆਖ ਰਹੇ ਨੇ ਨਾ, ਅੱਜ ਵੀ ਤੁਰਕੀ ਬਾਣੀ ਚ ਸੁਭਾਏਮਾਨ ਹੈ। ਬੜੀ ਵਾਰ ਆਪਾਂ ਨੇ ਪੜਿਆ ਹੋਣਾ, ਸੁਣਿਆ ਹੋਣਾ, ਪਰ ਜਦੋਂ ਤੱਕ ਉਥਾਨਕਾ ਦਾ ਪਤਾ ਨਾ ਲੱਗੇ ਉਦੋਂ ਤੱਕ ਗੱਲ ਜੀ ਨਹੀਂ ਬਣਦੀ ਵੀ ਕਿਹੜਾ ਸ਼ਬਦ ਕਦੋਂ ਕਿੱਥੇ ਕਿਸ ਲਈ ਉਚਾਰੇਗਾ। ਚੌਕੜਾ ਲੱਗਿਆ ਸਾਹਿਬਾਨ ਦਾ। ਭਾਈ ਮਰਦਾਨਾ ਜੀ ਨੇ ਰਬਾਬ ਦੀਆਂ ਸੁਰਾਂ ਛੇੜੀਆਂ ਨੇ। ਜਗਤ ਗੁਰੂ ਗੁਰੂ ਪ੍ਰੀਤਮ ਗੁਰੂ ਨਾਨਕ ਸਾਹਿਬ ਜੀਆਂ ਨੇ ਨੇਤਰ ਬੰਦ ਕੀਤੇ ਨੇ। ਸ੍ਰੀ ਮੁਖਵਾਕ ਮਾਰੂ ਮਹੱਲਾ ਪਹਿਲਾ। ਸ੍ਰੀ ਮੁਖਵਾਕ ਮਾਰੂ ਮਹੱਲਾ ਪਹਿਲਾ। ਰਾਗ ਮਾਰੂ ਸੰਧਿਆ ਦੇ ਵੇਲੇ ਗਾਇਆ ਜਾਂਦਾ ਹੈ, ਸਾਰਾ ਦਿਨ ਬਤੀਤ ਹੋ ਗਿਆ। ਮੁਖਾਰ ਵਿੱਚ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਉਂਦੇ ਨੇ। ਪਹਿਲੇ ਪਾਤਸ਼ਾਹ ਮਾਰੂ ਰਾਗ ਵੈਰਾਗ ਦਾ ਰਾਗ ਹੈ, ਸੂਰਮਿਆਂ ਦਾ ਰਾਗ ਹੈ, ਜੋਧਿਆਂ ਦਾ ਰਾਗ ਹੈ। ਤੇ ਗੁਰੂ ਸਾਹਿਬ ਜੀ ਨੇ ਮਨ ਦੇ ਪਰਥਾਏ ਇਸ ਰਾਗ ਦੇ ਵਿੱਚ ਉਚਾਰਨ ਕੀਤਾ, ਕਿਉਂਕਿ ਹਰ ਰਾਗ ਦੀ ਕੋਈ ਨਾ ਕੋਈ ਵਜ੍ਹਾ ਹੈ। ਕਿਸ ਰਾਗ ਵਿੱਚ ਕਿਹਨੂੰ ਕਿਹਦੇ ਪਰਥਾਏ ਜ਼ਿਆਦਾਤਰ ਉਲੀਕਿਆ ਜਾਂਦਾ। ਸਾਹਿਬਾਂ ਨੇ ਆਪਣੀ ਰਸਨਾ ਤੋਂ ਕਰੇ ਅੰਮ੍ਰਿਤ ਬਚਨ ਆਖੇ। ਰਾਜਾ ਹੱਥ ਜੋੜ ਸਾਹਮਣੇ ਖੜੇ ਹੈ ਤੇ ਖੜੇ ਹੋਏ ਨੇ ਨੇਤਰ ਬੰਦ। ਐਸੀ ਮਿੱਠੀ ਆਵਾਜ਼ ਕੰਨਾਂ ਵਿੱਚ ਰਸ ਘੋਲਦੀ। ਗੁਰੂ ਸਾਹਿਬ ਦੀ ਉੱਚੀ ਗਾ ਰਹੇ, ਬਹੁਤ ਉੱਚੀ ਆਵਾਜ਼ ਸੀ ਗੁਰੂ ਨਾਨਕ ਸਾਹਿਬ ਜੀ ਦਾ। ਜਦੋਂ ਮੇਰੇ ਬਾਬਾ ਜੀ ਗਾਉਂਦੇ ਆ ਨਾ, ਦੂਰ ਦੂਰ ਜੰਗਲਾਂ ਦੇ ਪਰਿੰਦੇ ਖੰਭ ਮਾਰਨੋਂ ਹਟ ਜਾਂਦੇ, ਜੰਗਲੀ ਜਾਨਵਰ ਸ਼ਾਂਤ ਹੋ ਕੇ ਬੈਠ ਜਾਂਦੇ ਨੇ। ਏਡੀ ਰਸ ਭਰੀ ਤੇ ਉੱਚੀ ਆਵਾਜ਼ ਹੈ। ਸੁਭਾਵਕ ਰਸਨਾ ਤੋਂ ਸਤਿਗੁਰਾਂ ਨੇ ਅੰਮ੍ਰਿਤ ਬਚਨ ਗਾਇਆ ਏ। ਜੋਗੀ ਜੁਗਤ ਨਾਮ ਨਿਰਮਲ। ਇਸ ਬਚਨ ਵਿੱਚ ਸਾਹਿਬ ਕਥਨ ਕਰਦੇ ਨੇ, ਜੋਗੀ ਜੁਗਤ ਨਾਮ ਨਿਰਮਲ। ਜੋਗੀ ਕਿਹਨੂੰ ਕਹਿੰਦੇ ਆ? ਸਮਾਜਿਕ ਤੌਰ ਤੇ ਜੋਗੀ ਉਹਨੂੰ ਮੰਨਿਆ ਜਾਂਦਾ ਜਿਹੜਾ ਯੋਗ ਕਰਦਾ ਹੈ, ਯੋਗ ਕਮਾਇਆ ਹੋਵੇ। ਯੁਗਤ ਕਹਿੰਦੇ ਯੋਗ ਦੀਆਂ ਜੁਗਤੀਆਂ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ, ਪਰ ਜਿਨ੍ਹਾਂ ਨੇ ਮਨ ਦਾ ਯੋਗ ਕਮਾਇਆ ਨਾ, ਉਹਨਾਂ ਨੇ ਨਾਮ ਦੇ ਨਾਲ ਮਨ ਨਿਰਮਲ ਕੀਤਾ। ਨਾਮ ਨਿਰਮਾਇਲ, ਕਿਉਂਕਿ ਮਨ ਦਾ ਵਿਸ਼ਾ ਸ਼ਬਦ ਹੈ। ਮਨ ਨੂੰ ਕੋਈ ਚੀਜ਼ ਸੁੱਚਿਆ ਨਹੀਂ ਬਣਾ ਸਕਦੀ, ਨਾ ਪਾਣੀ ਬਣਾਵੇ ਨਾ ਸੈਨੀਟਾਈਜ਼ਰ। ਮਨ ਜਦ ਵੀ ਸੋਚਾ ਹੋਣਾ, ਵਿਚਾਰਾਂ ਕਰਕੇ ਹੋਣਾ। ਮਨ ਵੀ ਸੋਚਾ ਜਦ ਹੋਏਗਾ, ਸ਼ਬਦ ਕਰਕੇ ਹੋਏਗਾ। ਗੁਰੂ ਸਾਹਿਬ ਕਹਿੰਦੇ ਇਹ ਨਾਮ ਕਰਕੇ ਮਨ ਨਿਰਮਲ ਹੁੰਦਾ ਹੈ। ਵੱਡੇ ਵੱਡੇ ਜੋਗੀ ਨਾਮ ਤੋਂ ਬਿਨਾ ਜਗ ਤੇ ਹਾਰ ਕੇ ਗਏ ਨੇ। ਤਾਂ ਕੈ ਮੈਲ ਨ ਰਾਤੀ। ਤਾਂ ਕੈ ਮੈਲ ਨ ਰਾਤੀ। ਤਾਂ ਕਹਿ ਕਹੀਏ ਉਹਨਾਂ ਦੇ ਅੰਦਰ ਰੱਤੀ ਮਾਤਰ ਵੀ ਮੈਲ ਨਹੀਂ ਰਹਿੰਦੀ, ਜਿਨ੍ਹਾਂ ਨੇ ਨਾਮ ਕਰਕੇ ਜੀਵਨ ਨੂੰ ਧਿਆਇਆ ਹੈ, ਨਾਮ ਦੀ ਅਰਾਧਨਾ ਕੀਤੀ। ਜੋਗੀ ਜੁਗਤੀਆਂ ਕਰਦੇ ਨੇ, ਆਸਣ ਲੋਗੇ। ਬਾਣੀ ਨੇ ਸਪਸ਼ਟ ਕਹਿ ਦਿੱਤਾ, ਜੋਗ ਸਿੱਧ ਆਸਣ 84 ਹੀ, ਇਹ ਵੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਜਨਮੈ, ਹਾਸਿਓ ਸੰਗ ਨਾ ਗਹਿਆ। ਕਹਿੰਦੇ ਵੱਡੇ ਵੱਡੇ ਜੋਗੀਆਂ ਨਾਲ ਬਹਿ ਕੇ ਜੁਗਤਾਂ ਕਮਾਈਆਂ, ਰੱਬ ਨਹੀਂ ਮਿਲਿਆ। ਲੰਬੀਆਂ ਉਮਰਾਂ ਵੀ ਵਧਾ ਲਈਆਂ, ਪਰ ਰੱਬ ਦਾ ਸੰਗ ਕਿਸੇ ਨੂੰ ਨਹੀਂ ਮਿਲਿਆ। ਸਤਿਗੁਰ ਕਿਸ ਯੋਗੀ ਦੀ ਗੱਲ ਕਰਦੇ ਆ? ਯੋਗ ਸ਼ਬਦ ਦਾ ਅਰਥ ਸੰਸਕ੍ਰਿਤ ਵਿੱਚ ਹੁੰਦਾ ਹੈ ਜੁੜਨਾ, ਜੋੜ ਦੇਣਾ ਆਪਣੇ ਆਪ ਨੂੰ। ਇੱਥੇ ਤੇ ਬਚ ਕੇ ਮਨ ਦਾ ਜੋਗੀ ਜੁਗਤ ਨਾਮ ਨਿਰਮਾਇਲ। ਸਤਿਗੁਰ ਕਹਿੰਦੇ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ, ਉਹਨਾਂ ਦੇ ਅੰਦਰ ਰੱਤੀ ਮਾਤਰ ਵੀ ਮੈਲ ਨਹੀਂ ਰਹਿੰਦੀ। ਨਿਰਮਲ ਹੁੰਦਾ ਸਵੱਛ, ਪਵਿੱਤਰ, ਪਾਕ। ਕਹਿੰਦੇ ਉਹ ਮੈਲ ਤੋਂ ਰਹਿਤ ਹੋ ਜਾਂਦੇ ਨੇ।
ਅੰਦਰ ਦੇ ਵਿਕਾਰ ਉਹਨਾਂ ਦੇ ਝੜ ਜਾਂਦੇ ਹਨ। ਪ੍ਰੀਤਮ ਨਾਥ ਸਦਾ ਸਚ ਸੰਗੇ। ਪ੍ਰੀਤਮ ਨਾਥ ਸਦਾ ਸੱਚ ਸੰਗੇ। ਹੁਣ ਇਹ ਨਾਥਾਂ ਦਾ ਪੰਥ ਹੈ ਯੋਗੀਆਂ ਦਾ। ਕੋਈ ਮਛੰਦਰ ਨਾਥ ਨੂੰ ਮੰਨਦਾ, ਕੋਈ ਗੋਰਖ ਨਾਥ ਨੂੰ। ਬਸ ਕਹਿੰਦੇ ਸਾਡਾ ਨਾਥ ਉਹ ਪ੍ਰੀਤਮ ਹੈ ਜੋ ਸਦਾ ਹੀ ਸੰਗੇ ਨਾਲ ਰਹਿੰਦਾ ਹੈ। ਸਦਾ ਅੰਗ ਸੰਗੇ ਆਪਾਂ ਕੰਨ ਵਿਭੂਤੇ। ਤੂੰ ਮੇਰਾ ਰਾਖਾ ਸਭਨੀ ਥਾਈ ਤਾ ਆਉਗੇ ਹਾਂ ਕਾੜਾ ਜੀਓ। ਮੇਰਾ ਤੇ ਸਾਥੀ ਪ੍ਰੀਤਮ ਉਹ ਨਾਥ ਹੈ। ਨਾਥ ਕਹਿੰਦੇ ਆ ਮਾਲਕ ਨੂੰ, ਜਿਹਨੇ ਸਾਰੀ ਸ੍ਰਿਸ਼ਟੀ ਦੇ ਨੱਕ ਦੇ ਵਿੱਚ ਨੱਥ ਪਾਈ ਹੈ ਕਰਮਾਂ ਦੀ। ਮੌਤ ਤੇ ਸਵਾਸ ਲਿਖੇ ਨੇ ਨੱਥ ਪਾ ਕੇ। ਅਸਲ ਨਾਥ ਤੇ ਉਹੀ ਹੈ ਜਿਹਨੂੰ ਕਹਿੰਦੇ ਅਨਾਥਾ ਨਾਥ। ਗੁਰੂ ਸਾਹਿਬ ਕਹਿੰਦੇ ਉਹ ਤੇ ਸਦਾ ਸਾਡੇ ਸੰਗ ਹੈ, ਸਦਾ ਸਾਡੇ ਨਾਲ ਹੈ। ਜਨਮ ਮਰਨ ਗਤ ਬੀਤੇ। ਹੁਣ ਤੇ ਸਾਡੇ ਜੀਵਨ ਦੀ ਜਨਮ ਮਰਨ ਗਤ ਬੀਤੀ। ਗਤ ਨਾ ਮੈਂ ਡਰਦਾ, ਕਹਿੰਦੇ ਨਾ ਜੰਮਣ ਦਾ ਮਰਨ ਡਰ ਤੇ ਨਾ ਮਰਨ ਦਾ ਖੌਫ। ਦੁਨੀਆ ਨੂੰ ਜੰਮਣ ਦਾ ਵੀ ਡਰ ਹੈ ਤੇ ਮਰਨ ਦਾ ਵੀ ਖੌਫ ਹੈ। ਜਨਮ ਮਰਨ ਗਤ ਬੀਤੀ, ਬੀਤ ਗਈ ਹੈ। ਕਹਿੰਦੇ ਹੁਣ ਡਰ ਡਰ ਨਹੀਂ ਲੱਗਦਾ ਕਿਸੇ ਤੋਂ। ਇਸੇ ਕਰਕੇ ਰੱਬ ਦੇ ਪਿਆਰੇ ਕਹਿੰਦੇ ਕਬੀਰ ਮੋਹੇ ਮਰਨੇ ਦਾ ਚਾਓ ਹੈ। ਚਾਹ ਕਿਉਂ ਹੈ? ਕਿਉਂਕਿ ਡਰ ਨਹੀਂ। ਡਰਿਆ ਹੋਇਆ ਬੰਦਾ ਡਰ ਡਰ ਕੇ ਕੰਮ ਕਰਦਾ ਹੈ। ਹਾਏ ਮੇਰਾ ਨੁਕਸਾਨ ਨਾ ਹੋ ਜਾਏ, ਮੇਰੀ ਜਾਨ ਨਾ ਚਲੀ ਜਾਏ, ਬਿਮਾਰ ਨਾ ਹੋ ਜਾ। ਪਰ ਬੇਪਰਵਾਹ ਹੁੰਦਾ ਏ। ਉਹ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ, ਮੈਂ ਜ਼ਮਾਨੇ ਦੀ ਸੇਵਾ ਕਰਨੀ, ਕੁਝ ਹੋ ਵੀ ਗਿਆ ਤੇ ਕੀ। ਕਰੋਨਾ ਕਾਲ ਵਿੱਚ ਬੜੇ ਲੋਕ ਸੀ ਜਿਨ੍ਹਾਂ ਲੋਕਾਂ ਦੀ ਜਾਨ ਬਚਾਉਣਾ ਆਪਣਾ ਜੀਵਨ ਦਾ ਮਕਸਦ ਸਮਝਿਆ। ਬੜੇ ਉਹ ਵੀ ਸੀ ਆਪਣਿਆਂ ਨੂੰ ਵੀ ਨਫ਼ਰਤ ਕਰਦੇ ਸੀ। ਉਹ ਘਰ ਤੋਂ ਬਾਹਰ ਨਾ ਜਾਇਓ, ਅੰਦਰ ਨਾ ਆਇਓ। ਜਿਹਨੇ ਮੌਤ ਦਾ ਡਰ ਲਾ ਦਿੱਤਾ, ਕਹਿੰਦੇ ਉਹ ਜਨਮ ਮਰਨ ਗਤ ਬੀਤੀ। ਕਿਉਂ ਬੀਤ ਗਈ ਗਤ? ਕਿਉਂਕਿ ਮਨ ਜਾਣ ਗਿਆ ਮੈਂ ਨਿਰਮਲ ਹੋ ਗਿਆ, ਉਜਲਾ ਹੋ ਗਿਆ, ਮੇਰੇ ਵਿੱਚ ਮੈਲ ਕੋਈ ਨਹੀਂ। ਇਸ ਮੈਲ ਕਰਕੇ ਤੇ ਜੰਮਣਾ ਮਰਨਾ ਸੀ। ਸਾਹਿਬ ਕਹਿੰਦੇ ਰਾਜਨ ਮਨ ਸਾਡਾ ਹਰਿਆ ਬਾਗ ਹੋ ਗਿਆ, ਅੰਦਰੋਂ ਖਿੜਿਆ ਹੋਇਆ ਏ। ਜੋ ਪਈ ਸਮਝ ਭੂਪ ਕਛਿਓ ਰੀਤੇ। ਬੋਲਿਓ ਬੋਰ ਬੂਝਨੇ ਪ੍ਰੀਤੇ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਰਾਜਾ ਕੁਝ ਹੋਰ ਸਮਝ ਗਿਆ। ਦੇਖੋ ਸ਼ਬਦ ਬਾਣੀ ਵਿੱਚ ਕਿੰਨਾ ਵੱਡਾ ਹੈ। ਸਵਾਲ ਜਵਾਬ ਨੇ ਨਾ ਇੱਥੇ ਲਿਖੇ ਹੋਏ ਆ, ਕਿਹੜੀ ਪੰਕਤੀ ਕਿਹੜੇ ਸ਼ਬਦ ਦਾ ਜਵਾਬ। ਰਾਜੇ ਨੂੰ ਲੱਗਿਆ ਵੀ ਇਹ ਗੁਰੂ ਨਾਨਕ ਸਾਹਿਬ ਨਹੀਂ, ਇਹ ਤਾਂ ਕੋਈ ਜੋਗੀ ਨੇ। ਕਿਉਂਕਿ ਜੋਗੀ ਕਰਾਮਾਤੀ ਹੁੰਦੇ ਆ, ਸਿੱਧ ਕਰਾਮਾਤੀ ਨੇ। ਜਦੋਂ ਇਹ ਜੋਗੀਆਂ ਦੀ ਗੱਲ ਕਰਦੇ ਆ, ਜੋਗੀ ਜੁਗਤ ਨਾਮ ਨਿਰਮਾਇਲ, ਇਹ ਤੇ ਕਹਿੰਦੇ ਆ ਮਨ ਨਿਰਮਲ ਹੋਣਾ ਚਾਹੀਦਾ ਤੇ ਜੋਗੀਆਂ ਦਾ ਪੰਥ ਹੈ। ਰਾਜੇ ਨੂੰ ਇਸ ਗੱਲ ਦਾ ਭੁਲੇਖਾ ਲੱਗ ਗਿਆ। ਉਹ ਪੁੱਛਣਾ ਚਾਹੁੰਦਾ ਹੈ ਕਿਉਂਕਿ ਉਹਦੀ ਕਾਪੀ ਲਿਖਦੀ ਹੈ ਵੀ ਬੇਦੀ ਵੰਸ਼ ਹੈ। ਗੁਰੂ ਨਾਨਕ ਸਾਹਿਬ ਬੇਦੀਆਂ ਦੀ ਵੰਸ਼, ਖੱਤਰੀਆਂ ਦੀ ਜਾਤੀ 'ਚ ਪੈਦਾ ਹੋਏ ਆ। ਇਹ ਤੇ ਕੋਈ ਜੋਗੀ ਨੇ, ਯੋਗੀਆਂ ਗੱਲਾਂ ਕਰਦੇ ਆ। ਯੋਗੀ ਕੌਣ ਨੇ ਜੀ? ਜਿਹੜੇ ਕੰਨ ਪਾੜੀ ਫਿਰਦੇ, ਮੁੰਦਰਾਂ ਘਰ-ਬਾਰ ਤਿਆਗਿਆ ਹੋਇਆ, ਆਪਣਾ ਬੇਗਾਨਾ ਜਿਹਨਾਂ ਦਾ ਕੋਈ ਨਹੀਂ, ਕਿਸੇ ਨਾਲ ਕੋਈ ਮਤਲਬ ਹੀ ਨਹੀਂ, ਆਪਣੇ ਬਾਰੇ ਸੋਚਣਾ। ਉਹ ਇਹ ਸੋਚਦਾ ਬੈਠਾ ਰਾਜਾ ਵੀ ਜਿਨ੍ਹਾਂ ਨਾਲ ਮੈਂ ਸਵਾਲ ਜਵਾਬ ਕਰਦਾ ਇਹ ਕੋਈ ਨਾਥ ਤੇ ਨਹੀਂ, ਜੋਗੀ ਤੇ ਨਹੀਂ, ਕਿਤੇ ਮਛੰਦਰ ਨਾਥ, ਗੋਰਖ ਨਾਥ ਉਹਨਾਂ ਚੋਂ ਕੋਈ ਆ ਕੇ ਬੈਠਾ ਹੋਵੇ। ਜੋਗੀ ਰੂਪ ਆਪ ਕੋ ਆਹੇ। ਅਸ ਸੁਣ ਪੁਨ ਸ੍ਰੀ ਨਾਨਕ ਕਹੈ। ਇਹਦਾ ਇਹ ਮਹਾਤਮਾ ਜੀ ਤੁਹਾਡਾ ਜੋਗੀਆਂ ਦਾ ਲਿਬਾਸ ਹੈ। ਕਿਉਂਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਜੀਵਨ ਵਿੱਚ ਭਗਵੇ ਬਾਣੀ ਦਾ ਵਿਰੋਧ ਕੀਤਾ, ਪਰ ਪਾ ਕੇ ਵੀ ਭਗਵਈ ਰੱਖੇ। ਪੜ੍ਹ ਲਿਓ ਇਤਿਹਾਸ, ਪਾਇਆ ਵੀ ਹੈ, ਵਿਰੋਧ ਵੀ ਕੀਤਾ। ਵਿਰੋਧ ਕਿਉਂ? ਪਖੰਡ ਨੂੰ ਕੱਟਣ ਵਾਸਤੇ ਪਖੰਡ ਦਾ ਸਹਾਰਾ ਲੈ ਕੇ ਉਹਨੂੰ ਪਾੜਿਆ। ਹੁਣ ਜਿੱਥੇ ਜੋਗੀ ਬੈਠੇ ਹੋ ਬੈਠਣ ਦਿੰਦੇ ਸੀ ਕਿਸੇ ਨੂੰ? ਜੋਗੀਆਂ ਤੇ ਜੋਗੀਆਂ ਦੇ ਕੱਪੜੇ ਪਾ ਕੇ ਬਹਿਣਾ ਪੈਂਦਾ ਸੀ, ਉਹੋ ਜਿਹੇ ਵਸਤਰ ਪਾ ਕੇ ਜਾਂਦੇ ਸੀ। ਗੁਰੂ ਸਾਹਿਬ ਨੂੰ ਆਖਣ ਲੱਗਿਆ, ਕਹਿੰਦਾ ਜੀ ਤੁਸੀਂ ਯੋਗੀ ਹੋ, ਕੋਈ ਕਿਸੇ ਯੋਗ ਪੰਥ ਨਾਲ ਜੁੜੇ ਹੋ? ਜੋਗੀਆਂ ਦਾ ਸਭ ਤੋਂ ਵੱਡਾ ਪੰਥ ਹੈ ਆਈ ਪੰਥ। ਵੈਸੇ ਤੇ ਇਹਨਾਂ ਦੇ 11-12 ਪੰਥ ਨੇ। ਆਪ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ ਨਾ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਇੱਥੇ ਆਈ ਪੰਥ ਕਿਹਨੂੰ ਗਿਆ? ਆਈ ਅੰਗਰੇਜ਼ੀ ਵਾਲਾ ਥੋੜੀ ਵੀ ਆਈ ਮਾਏ ਨਹੀਂ। ਆਈ ਪੰਥ ਇੱਕ ਜੋਗੀਆਂ ਦਾ, ਸਾਧੂਆਂ ਦਾ ਸਰਨਾਮਾ ਹੈ। ਅੱਜ ਵੀ ਸਾਡੇ ਇਸ ਦੇਸ਼ ਦੇ ਵਿੱਚ
कदे जाके पता करो भी आई पंथ कौन है, तुहानूं पता लगे। सनातन मत के लोगों ने तुहानूं दसना भी आई पंथ के जो योगी साधु बड़े बेपरवाह होंदे आ, निडर होंदे आ, रब रब करते। पर मर्द ने क्या मन जीता जग जीत मन जितना पैना है। आखन लग्या फकीर जी तुसी योगी हो, कोई तपस्वी हो, कृपा करके मैनू इहदे बारे दसो, तुहाडी जात किहड़ी है, कर्म किहड़ा है। जिसम ते जोगी लगदे हो, भगवे जे कपड़े पाए होए आ, हथ विच तुसी माला भी पाई है, कड़ा भी पाया होया, एक बरछा भी चुकिया होया है, एक रवाबी नाल बैठा है, एक पासे भाईवाल नाल बैठा है। राजा अपनी तसल्ली वास्ते पुछदा भी ये ते योग मत दीयां गल्लां करदे आ, क्योंकि हुण योगी शब्द आ जिहड़ा योगा युगा या लोग करदे आ, किहड़े पासे तुरे फिरदे ने। सिखां ने अपना गतका छड्डता, सनातन मत दा योगा युगी फिरदे आ। जिस बाती नूं पुछो भी पुत्रा गतका आउंदा, कहंदे ना जी, मार्शल आर्ट कहंदे ना, योगा गुरुद्वारा च भी लोग बेनीफिट दसदे भी तुहाडी मत नूं की होया। कदे मुसलमान वड़न दिंदा किसी योगी वाले नूं भी साडी आई मस्जिद करके जाई, अगला जुत्ती ला लैंदा, साडे वाले आके जो मर्जी करिए कोई रोई नहीं। योगा कराओ, योगी कराओ, जो मर्जी भावें कोई फाड़े लाओ, कोई फड़ गया किसी, क्योंकि हुण असीं निगार वाले पासे डिगदे जा रहे। राजे ने ऑब्जेक्शन की भी तुसी योगी हो, मैं योगियां तो की लेना है, योगी ते करामातां करदे आ, राज भाग छड़ा दिंदे आ, रब ते फिर नहीं मंनदा। ते गुरु बाबा जी ने फिर शब्द दा अगला वचन जो राग मारू च गाया है वो उच्चारण कीता है। गोसाई तेरा कह नाम कैसी जाति, हे गोसाई तेरा केड़ा नाम है ते तेरी जात की है। गोसाई जी नूं कहंदे आ उस परमात्मा नूं जिहड़ा सारी सृष्टि दा मालिक है। हस के आखण लगे शब्द गाउंदे, रब्बा तेरी जात की है, क्योंकि वो योगी पुछदा राजा सतगुरां तुसीं योगी हो, तुहाडी जात की है। मर जो रब नूं पुछदे, कहंदे रब्बा तेरी जात की है ते तेरा नाम की है। कोई तेनू परमात्मा कहंदा है, कोई दामोदर कहंदा है, कोई मधुसूदन कहंदा है, कोई तेनू रब कहंदा है, कोई निरंकार कहंदा, कोई अल्लाह कहंदा, कोई राम कहंदा है। तेरी जात की है। कोई कह सकदा भी रब जट्टा च जमे है जां खत्रियां च जमे है, नहीं, रब दी कोई जात नहीं। जातां पातां तो ऊंचा है, ये ते ब्राह्मण दी देन है, जातां पातां रब दी थोड़ी है। आ साडे विच किन्नियां कैटेगरीਆਂ ਬੰਦਿਆਂ ਦੇ ਵਿੱਚ ਜਿਹੜੇ ਮਰਜ਼ੀ ਦੇਸ਼ ਵਿੱਚ ਚਲੇ ਜਾਓ, ਤਰ੍ਹਾਂ ਤਰ੍ਹਾਂ ਦੇ ਲੋਕ ਹਨ, ਬੜੇ ਲੋਕ ਇਦਾਂ ਦੇ ਵੀ ਜਿਨ੍ਹਾਂ ਨੂੰ ਜਾਤਾਂ ਦਾ ਪਤਾ ਹੀ ਕੋਈ ਪਤਾ ਨਹੀਂ। ਪਰ ਅਸੀਂ ਜਾਤਾਂ ਦਾ ਮਾਣ ਕਰਦੇ ਆ। ਉਹ ਗੁਰੂ ਸਾਹਿਬ ਨੂੰ ਪੁੱਛਦਾ ਵੀ ਤੁਹਾਡੀ ਜਾਤ ਕੀ ਹੈ, ਕਿਉਂਕਿ ਇਸ ਦੇਸ਼ ਚੋਂ ਗਏ ਆ, ਭਾਰਤ ਵਰਸ਼ ਚੋਂ ਗਏ ਆ, ਭਾਰਤ ਇੱਕ ਖੰਡ ਸੀ, ਇਸ ਖੰਡ ਚੋਂ ਗੁਰੂ ਸਾਹਿਬ ਗਏ ਆ, ਉਹ ਤਾਂ ਪੁੱਛਦੇ ਆ ਤੁਹਾਡੀ ਜਾਤ ਕੀ ਹੈ। ਗੁਰੂ ਸਾਹਿਬ ਕਹਿੰਦੇ ਹੇ गोसाई परमात्मा प्यारिया की पूछा मैं तेरे तो, तेरी जात केड़ी है। जातो भीतर महल बुलावे, पूछो बात नरंती। मैं तैनू पुछना भुल जाना, जातो भीतर महल बुलावे, जद तू मैनू अपने हिरदे घर महल च बुला लेना ना मैं खुश इन्ना हो जाना भी मैं कदे तेरी जात ते अपना कर भी नहीं पुछया। आखो सतनाम। ਅਸੀਂ ਦੁਨਿਆਵੀ ਤੌਰ ਤੇ ਜਿਹਨੂੰ ਬਹੁਤਾ ਪਿਆਰ ਕਰਦੇ ਹੋਈਏ, ਬਹੁਤ ਜ਼ਿਆਦਾ ਬੜਾ ਕੁਝ ਸੋਚੀਦਾ ਨੂੰ ਮਿਲਾਂਗੇ, ਆਹ ਪੁੱਛਾਂਗੇ, ਸਾਹਮਣੇ ਜਾ ਕੇ ਭੁੱਲ ਜਾਈਦਾ, ਸਾਰਾ ਕੁਝ ਚੇਤੇ ਹੀ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਪ੍ਰੀਤਮਾ ਮੈਂ ਤੇਰੇ ਸੱਚਖੰਡ ਵਿੱਚ ਆਵਾਂ, ਤੇਰੇ ਦਰਬਾਰ ਵਿੱਚ ਆਵਾਂ, ਪੁੱਛੋ ਬਾਤ ਨਿਰੰਤਰ। ਤੂੰ ਮੈਨੂੰ ਇਹੋ ਜਿਹੀਆਂ ਗੱਲਾਂ ਪੁੱਛ ਲੈਣਾ ਤੇ ਮੈਂ ਇਹੋ ਜਿਹੀਆਂ ਗੱਲਾਂ ਕਰਦਾ, ਨਿਰੰਤਰ ਹੋ ਜਾਂਦਾ, ਯਾਦ ਹੀ ਨਹੀਂ ਹੁੰਦਾ ਕੁਝ, ਕਿਉਂਕਿ ਉੱਥੇ ਤੂੰ ਤੇ ਮੈਂ, ਉੱਥੇ ਮੈਂ ਮੁੱਕ ਜਾਂਦੀ, ਬਸ ਤੂੰ ਰਹਿ ਜਾਂਦਾ। मेरा तो होंदा ही कुछ नहीं। जे मैं होवे ते मैं पूछां तेरी जात की, तेरा धर्म की, तेरा गोत्र की, तेरा नाम की, तेरा पिंड की, तेरा ग्राम की। बड़े आनंद विच सतगुर गाउंदे आ, कहंदे रब्बा मेरेया जदों तेरे महल विच आईदा ना, महल सुरत हिरदे दी अवस्था। ਇਹ ਕੋਈ ਉਹ ਨਹੀਂ ਕਿ ਸੱਚਖੰਡ ਕਿਤੇ ਬਿਲਡਿੰਗ ਦਾ ਬਣਿਆ ਉੱਥੇ ਆ, ਉਹਦੇ ਅੰਦਰ ਦੀ ਅਵਸਥਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਸ ਅਵਸਥਾ ਦੇ ਵਿੱਚ ਚੌਥੇ ਘਰ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਨਾ, ਉਹ ਚੌਥਾ ਘਰ ਕਿਹੜਾ ਸਾਰਾ ਬ੍ਰਹਿਮੰਡ ਜੀ ਚ ਸਮਾਇਆ ਹੋਇਆ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਗਰੀਬ ਨਵਾਜ਼ ਸਤਿਗੁਰਾਂ ਦਾ ਵਚਨ ਸੀ, ਕਹਿੰਦੇ ਅਸੀਂ ਉੱਥੇ ਜਾ ਕੇ ਪੁੱਛੀਏ ਕਿ ਤੇਰੇ ਸਾਹਮਣੇ ਬਾਤਾਂ ਯਾਦ ਨਹੀਂ ਆਉਂਦੀਆਂ, ਨਿਰਉੱਤਰ ਹੋ ਜਾਈਦਾ ਏ। ਚੋਪਈ ਅਸ ਸੁਣ ਬੋਲਿਓ ਬੋਹਰ ਜਾਨਾ,
ਸਮਝਤ ਕਛੂ ਆਨ ਤੇ ਆਨਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਰਾਜਾ ਸ਼ਿਵਨਾਭ ਬੜਾ ਹੈਰਾਨ ਹੋਇਆ। ਕਹਿੰਦਾ ਇਹ ਮਹਾਤਮਾ ਜੀ, ਮੈਨੂੰ ਤੁਹਾਡੀ ਇੱਕ ਵੀ ਗੱਲ ਸਮਝ ਨਹੀਂ ਆਈ। ਮੈਂ ਤੇ ਜਾਤ ਪੁੱਛੀ ਸੀ, ਤੁਸੀਂ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੇ। ਉਹ ਰੱਬੀ ਬਾਣੀ ਪਾ ਰਿਹਾ, ਧੁਰਗੀ ਬਾਣੀ ਦੇ ਬਚਨ ਸਤਿਗੁਰ ਕਰਦੇ ਬੜੇ ਗਹਿਰੇ ਨੇ। ਕਹਿੰਦਾ ਸਾਧੂਓ, ਪਿਆਰਿਓ, ਰੱਬ ਦਿਓ, ਮੈਨੂੰ ਤੁਹਾਡੀਆਂ ਰਮਜ਼ਾਂ ਤੇ ਗੱਲਾਂ ਸਮਝ ਨਹੀਂ ਆਉਂਦੀਆਂ, ਮੇਰੇ ਕੋਲੋਂ ਲੰਘ ਜਾਂਦੀਆਂ। ਮੈਨੂੰ ਇੰਨਾ ਪਤਾ ਹੈ ਤੁਸੀਂ ਕਿਸੇ ਰੱਬ ਦੀ ਗੱਲ ਕਰਦੇ, ਪਰਮਾਤਮਾ ਦੀ ਗੱਲ ਕਰਦੇ, ਪਰ ਨਾਲੇ ਜੋਗੀਆਂ ਦੀ ਗੱਲਾਂ ਕਰਦੇ। ਦੇਖੋ ਇੱਕੋ ਹੀ ਅਮਰਤ ਬਚਨ ਹੈ, ਉਹਦੇ ਵਿੱਚ ਯੋਗ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ। ਉਹ ਯੋਗ ਕਿਹੜਾ ਹੈ? ਆਬਾਦ ਵਾਲਾ ਨਹੀਂ ਹੈ। ਮਰਦ ਕਹਿੰਦੇ ਆ ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ ਯੋਗੀ ਕਹੀਐ ਸੋਈ। ਜਿਹੜਾ ਇੱਕ ਨਜ਼ਰ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਵੇਖਦਾ ਉਹ ਯੋਗੀ ਹੈ। ਉਹ ਥੋੜੀ ਜਿਹੜਾ ਕਹਿੰਦਾ ਯੋਗਾ ਕਰੋ ਤੇ ਨਾਲੇ ਮੇਰੇ ਪ੍ਰੋਡਕਟ ਲਾਓ, ਉਹ ਯੋਗੀ ਥੋੜਾ ਹੁੰਦਾ। ਚੋਰ ਹੈ, ਠੱਗ ਹੈ, ਵਪਾਰੀ ਹੈ। ਯੋਗੀ ਤੇ ਉਹ ਹੈ ਜਿਹੜਾ ਜੁੜ ਕੇ ਕਹਿੰਦਾ ਰੱਬ ਵਰਗਾ ਕੋਈ ਨਹੀਂ, ਉਹ ਯੋਗੀ ਕਹਿੰਦੇ ਆ। ਰਾਜਾ ਥੋੜਾ ਕਨਫਿਊਜ਼ ਹੋਇਆ ਵੀ ਇਹ ਤੇ ਪਾਣੀ 'ਚ ਵਧਾਣੀ ਹੋ ਗਈ, ਮੈਨੂੰ ਤੇ ਗੱਲ ਸਮਝ ਹੀ ਨਹੀਂ ਆਉਂਦੀ। ਮੈਂ ਜਾਤ ਪੁੱਛੀ, ਜੋਗੀਆਂ ਦਾ ਜ਼ਿਕਰ ਕਰਨ ਲੱਗ ਗਏ। ਜੇ ਮੈਂ ਫੇਰ ਕੁਝ ਪੁੱਛਿਆ, ਮੈਨੂੰ ਕਹਿੰਦੇ ਉਹ ਗੋਸਾਈ ਪਰਮਾਤਮਾ ਤੇਰੇ ਕੋਲ ਜਾ ਕੇ ਯਾਦ ਕੀਤੀ ਨਹੀਂ ਆਉਂਦੀ, ਤੇਰੇ ਕੋਲ ਜਾ ਕੇ ਜਾਤ ਮੈਨੂੰ ਸੁਝਦੀ ਨਹੀਂ, ਮੈਂ ਨਿਰਪੁੱਤਰ ਹੁੰਦਾ ਹਾਂ। ये ब्राह्मण है तुम्हारी जाति, वर्ण कर कहिए बखियाती। ਰਾਜਾ ਹੱਥ ਜੋੜ ਕੇ ਕਹਿੰਦਾ ਫਕੀਰ ਜੀ, ਚਲੋ ਜੇ ਤੁਸੀਂ ਜੋਗੀ ਹੋ ਕਿਤੇ ਬ੍ਰਾਹਮਣ ਹੋਵੋਗੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਗੱਲਾਂ ਦੋ ਹੀ ਨੇ, ਜਾਂ ਬ੍ਰਾਹਮਣ ਜਾਂ ਖੱਤਰੀ। ਬਾਕੀਆਂ ਨੂੰ ਤੇ ਸਮਝ ਹੀ ਕੁਛ ਨਹੀਂ ਸੀ ਆਉਂਦਾ। ਆ ਹੁਣ ਜਿਹੜਾ ਦੌਰ ਆਉਣ ਵਾਲੇ ਸਮੇਂ 'ਚ ਇਹੀ ਕੁਝ ਹੋਣਾ, ਇੱਥੇ ਖੱਤਰੀ ਬ੍ਰਾਹਮਣ ਵੱਡੇ ਹੋਣਗੇ ਤੇ ਆਪਾਂ ਸਭ ਸਫਾਈ ਕਰ ਬਜਾਈ। ਕਿੰਨਾ ਮਰਜ਼ੀ ਰੌਲਾ ਪਾਈਏ, ਅਸੀਂ ਜਰਨਲ ਹੁੰਦੇ ਆ, ਜੱਟ ਹੁੰਦੇ ਆ, ਲਾਉਣਗੇ ਸਾਨੂੰ ਭਾਂਡੇ ਮਾਂਜਣ। ਐਵੇਂ ਥੋੜਾ ਅਗਲਿਆਂ ਨੇ ਸਾਡੀਆਂ ਜ਼ਮੀਨਾਂ ਹੜਪੀਆਂ, ਐਵੇਂ ਥੋੜਾ ਬੇਲਵਾਸ ਕੀਤੇ ਆ। ਇਹ ਕਿਤੇ ਨਾ ਕਿਤੇ ਉਹੀ ਤਕਨੀਕਾਂ ਕੰਮ ਕਰਦੀਆਂ ਨੇ। 4 ਵਰਨਾਂ ਵਿੱਚ ਵੰਡਿਆ ਜਾਣਾ ਭਾਰਤ ਦੇਸ਼। ਯਾਦ ਰੱਖਿਓ ਗੱਲਾਂ। ਅੱਜ ਦਾ ਦਿਨ ਨੋਟ ਕਰ ਲਓ, ਅੱਜ ਦਾ ਸਮਾਂ ਨੋਟ ਕਰ ਲਓ, ਸਨ ਨੋਟ ਕਰ ਲਓ। ਇਹ ਨਾ ਹੋਇਆ ਕਿ ਉਹਨਾਂ ਸਮਿਆਂ ਦੇ ਵਿੱਚ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਕਿਉਂਕਿ ਜਿਹੜੇ ਸ਼ੂਦਰ ਤੇ ਵੈਸ਼ ਨੇ ਇਹਨਾਂ ਕੋਲ ਨਾਮ ਜਪਣ ਤੇ ਰੱਬ ਦੇ ਘਰ ਜਾਣ ਦੀ ਕੋਈ ਆਗਿਆ ਨਹੀਂ ਹੈ। ਸਿਰਫ ਖੱਤਰੀ ਤੇ ਬ੍ਰਾਹਮਣ। ਬ੍ਰਾਹਮਣ ਕਹਿੰਦਾ ਮੈਂ ਪੂਜ ਨਹੀਂ ਕਰ, ਜੋ ਮਰਜ਼ੀ ਕਰ, ਖੱਤਰੀ ਮੇਰੀ ਇੱਜ਼ਤ ਕਰਦਾ। ਇਸੇ ਕਰਕੇ ਰਾਜਾ ਪੁੱਛਦਾ ਹੈ, ਕਹਿੰਦਾ ਤੁਸੀਂ ਬ੍ਰਾਹਮਣ ਤਾਂ ਨਹੀਂ ਕਿਤੇ ਵੀ ਬ੍ਰਾਹਮਣੋ ਪੂਜਣ ਲੋਕ, ਬ੍ਰਾਹਮਣ ਬਲਾਤਕਾਰ ਕਰੇ ਕੋਈ ਰੌਲਾ ਨਹੀਂ, ਬ੍ਰਾਹਮਣ ਝੂਠ ਬੋਲੇ ਕੋਈ ਗੁਨਾਹ ਨਹੀਂ, ਬ੍ਰਾਹਮਣ ਠੱਗੀ ਮਾਰੇ ਕੋਈ ਗੁਨਾਹ ਨਹੀਂ। ਆਹੀ ਕੁਛ ਤੇ ਹੁਣ RSS ਲਿਖੀ ਫਿਰਦੀ ਜ਼ੁਬਾਨ 'ਚ। ਦੂਜਾ ਬੰਦਾ ਗਲਤੀ ਨਾਲ ਦੇਖ ਲਏ, ਸੁਣ ਲਏ, ਕੰਨ 'ਚ ਸਿੱਕਾ ਢਾਲ ਕੇ ਪਾ ਦਿਓ। ਇਹ ਪਹਿਲੇ ਹਾਲਾਤ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਦਾ, ਤੁਸੀਂ ਕੋਈ ਬ੍ਰਾਹਮਣ ਹੋਵੋਗੇ ਜਿਹੜੇ ਇੰਨੀ ਸੁੱਚਮ ਰੱਖਦੇ ਹੋ, ਨਾ ਮੇਰਾ ਭੋਜਨ ਛਕਿਆ, ਨਾ ਮੇਰੇ ਕੱਪੜੇ ਪਏ, ਬ੍ਰਾਹਮਣ ਹੋਵੋਗੇ? ਕਹਿੰਦਾ ਜੇ ਬ੍ਰਾਹਮਣ ਹੋ ਤੇ ਫਿਰ ਦੱਸ ਦਿਓ ਜੀ ਕਿਹੜੇ ਖਿੱਤੇ ਨਾਲ ਜੁੜੇ ਹੋਏ ਹੋ। ਬ੍ਰਾਹਮਣ ਦਾ ਜਿਹੜਾ ਇੱਕ ਰੱਬ ਹੈ, ਉਹ ਕਦੇ ਕਹਿੰਦਾ ਕ੍ਰਿਸ਼ਨ ਜੀ ਰੱਬ ਨੇ, ਕਦੇ ਕਹਿੰਦਾ ਰਾਮ ਜੀ ਵੀ ਭਗਵਾਨ ਨੇ। ਚਲੋ ਸਾਰੇ ਸਤਿਕਾਰਯੋਗ ਨੇ, ਕੋਈ ਇੰਨੀ ਗੱਲ ਨਹੀਂ। ਇੱਕ ਮਤਲਬ ਵਿਜ਼ਨ ਕੀ ਹੈ? ਉਹ ਹਨੂਮਾਨ ਜੀ ਨੂੰ ਵੀ ਮੰਨਦਾ ਹੈ, ਉਹ 33 ਕਰੋੜ ਦੇਵੀ ਦੇਵਤਿਆਂ ਨੂੰ ਵੀ ਮੰਨੀ ਜਾਂਦਾ ਹੈ, ਪਰ ਉਹਦਾ ਕੋਈ ਇੱਕ ਵਿਜ਼ਨ ਨਹੀਂ ਹੈ ਵੀ ਤੇਰਾ ਰੱਬ ਕਿਹੜਾ ਹੈ, ਇੱਕ ਕਿਹੜਾ ਤੇਰਾ। ਉਹ ਕਹਿੰਦਾ ਮੈਂ ਵਿਸ਼ਨੂੰ ਵੀ ਮੰਨਦਾ, ਮੈਂ ਕਾਲੀ ਮਾਤਾ ਦੇ ਮੰਦਿਰ ਵੀ ਜਾ ਜਾਂਦਾ, ਤੇ ਮੇਰੇ ਕੋਲ ਜਿਹੜੇ ਦੂਜੇ ਤੀਜੇ ਸ਼ਨੀ ਦੇਵ ਇੱਧਰ ਉੱਧਰ ਵਾਲੇ ਉਹ ਵੀ ਮੇਰੇ ਆਪਣੇ ਹੀ ਆ। ਖਸਮ ਕਿਹੜਾ ਤੇਰਾ, ਸਾਂਝਾ ਕੌਣ ਹੈ? ਗੁਰੂ ਸਾਹਿਬ ਨੂੰ ਪੁੱਛਦਾ, ਜੇ ਤੁਸੀਂ ਬ੍ਰਾਹਮਣ ਹੋ ਕਿਹੜੀ ਕੁਲ ਨਾਲ ਜੁੜੇ ਹੋ? ਹੁਣ ਬ੍ਰਾਹਮਣਾਂ ਦੇ ਵਿੱਚ ਜੀ ਕਈ ਤਰ੍ਹਾਂ ਦੇ ਖਿੱਤੇ ਨੇ। ਅੱਜ ਵੀ ਜਾ ਕੇ ਪਤਾ ਕਰੋ, ਕਸ਼ਮੀਰ ਦੇ ਪੁੱਛੋ ਬ੍ਰਾਹਮਣਾਂ ਨੂੰ ਵੀ ਤੁਸੀਂ ਉੱਚੇ ਹੋ, ਨੀਵੇਂ ਹੋ, ਕਿਹੜੇ ਬ੍ਰਾਹਮਣ ਹੋ, ਕਿਹੜੀ ਕੈਟਾਗਰੀ ਦੇ। 4 ਕੈਟਾਗਰੀਆਂ ਬ੍ਰਾਹਮਣਾਂ ਦੇ ਵਿੱਚ ਵੀ ਪਾਈਆਂ ਜਾਂਦੀਆਂ। ਦੇਵ ਦੁਨੀਆ ਦੇ ਮਾਲਕ ਸਤਿਗੁਰਾਂ ਨੂੰ ਉਹ ਰਾਜਾ ਬੜੇ ਅਦਬ ਨਾਲ ਪੁੱਛਦਾ ਏ। ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ, ਹਰ ਗੁਣ ਪੂਜੇ ਪਾਤੇ। ਸਤਿਗੁਰਾਂ ਨੇ ਅੰਮ੍ਰਿਤ ਬਚਨ ਉਚਾਰਨ ਕੀਤਾ, ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ। ਕਹਿੰਦੇ ਬ੍ਰਾਹਮਣ ਤੇ ਉਹ ਹੈ ਜਿਹਨੇ ਬ੍ਰਹਮ ਦੇ ਗਿਆਨ ਵਿੱਚ ਇਸ਼ਨਾਨ ਕੀਤਾ। ਦੁਨਿਆਵੀ ਤੌਰ ਤੇ ਬ੍ਰਾਹਮਣ ਕੋਈ ਜਾਤ ਨਹੀਂ, ਸਿਰਫ ਬਣਾਈ ਗਈ ਹੈ। ਕਿੱਥੋਂ ਬਣਾਈ ਹੈ? ਕਹਿੰਦੇ ਤੁਹਾਡੇ ਵੱਡੇ ਕੌਣ ਨੇ? ਕਹਿੰਦੇ ਜੀ ਬ੍ਰਹਮਾ। ਬ੍ਰਹਮਾ ਦੀ ਤੋਂ ਅਸੀਂ ਚੱਲੇ ਆ, ਇਸ ਕਰਕੇ ਬ੍ਰਾਹਮਣ ਮੰਨਿਆ ਜਾਂਦਾ ਹੈ। ਮਰਦ ਕਹਿੰਦੇ ਤਾਂ ਕਿ ਪੂਜੋ ਪਾਤੀ, ਵੀ ਉਹਨਾਂ ਨੂੰ ਅਸੀਂ ਪੂਜ ਲਈਏ, ਨਮਸਕਾਰ ਕਰ ਦਈਏ ਜਿਹੜੇ ਅੰਦਰੋਂ ਬ੍ਰਹਮ ਗਿਆਨੀ ਹੋ ਗਏ ਨੇ। ਜਦ ਫਿਰ ਬਾਣੀ ਲਿਖਦੀ ਆ, ਭਗਤ ਕਹਿੰਦੇ ਆ, ਕਹਿੰਦੇ ਜਾਓ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ। ਵੀ ਜੇ ਤੂੰ ਕਹਿੰਦਾ ਬ੍ਰਾਹਮਣ ਉੱਚਾ ਏ, ਬ੍ਰਾਹਮਣ ਸੁੱਚਾ ਏ, ਜੇ ਬ੍ਰਾਹਮਣੀ ਦਾ ਜਾਇਆ ਏ ਤਾਂ ਆਨ ਬਾਟ ਗਾਹੇ ਨਹੀਂ ਆਇਆ।
जिथों होर लोग जमदे उत्थों तू क्यों जम्मिया? तू तो सुच्चा सी, तू तो महान सी। भाव किते ना किते सब कुछ ये थोपिया गया, मनोवृत्ति लागू की गई मनु सिमरती द्वारा। दिन दुनिया के मालिक कहते ब्राह्मण ते वो है भाई जिहड़ा अंदरों ब्रह्म नाल जुड़े है। बाणी लिखदी है ना, ब्रह्म बिंद है ते सदा ब्रह्मात्र है। कीदा रहता ब्राह्मण गुणा एक शब्द लिव लाए। जिहदी लिव एक शब्द नाल जुड़ी होए ना रब नाल, वो असल ब्राह्मण है जो रब नाल जुड़े। ब्रह्म कौन है? जिन्हों कहा जाता, जिन्हें उन्होंने जानिया वो ब्रह्म ज्ञानी। ब्रह्म ज्ञानी बंदा थोड़ा होता है। ब्रह्म नाम है सृष्टि के पसारे का, जो ब्रह्मांड जिन्हें रचिया सारी रचना को ब्रह्म कहते हैं, रब को ब्रह्म कहते हैं। जिन्हें उसकी नॉलेज रखी, सोची रखी, वो होया ब्रह्म का ज्ञान करने वाला ब्रह्म ज्ञानी। इसे करके सतगुरु कहते ना, ब्रह्म ज्ञानी सद जीवै नहीं मरता। ते इत्थे जिहड़े साडे वाले पंजाब दे ब्रह्म ज्ञानी आ, मैं कहना महीने च 4 गड्डी कढ़दे आ। सतनाम ब्रह्म ज्ञानी ते जमदा मरदा नहीं है, वो नहीं जमदा भाई। जिहड़ा सुरत दे तल ते जिउंदा है, जिन्हों पता है आउणा जाना एक गवन है, एक खेड है रब दा। ते ना मैं मरिया, लिखदे आ ना, पवन है मैं पवन समाया, ज्योति मैं ज्योत। कौन हुआ रे कौन हुआ? ब्रह्म ज्ञानी मेरे कोलों विचारा इस तो चलत भया। बाणी ते स्पष्ट कहंदी, पर असीं कि असीं ये समझना जी ना साडे वाला दिमाग है जिहड़ा कंध ते टंगिया होई वड्डा है। ब्रह्म ओनू कहंदे आ जो परमात्मा है, जिन्हें ब्रह्म नूं जानिया वो ब्राह्मण है। वो अलग गल आ कि इत्थे लोग ब्राह्मण बने फिरदे, कोई खदरे बनया फिरदा, कोई बनया फिरदा है। गुरु नानक साहब महाराज कहते भाई ताके पूजो पाती, उन्हां दे चरनां दी पूजा मैं करां जिन्हें उस ब्रह्म परमेश्वर परमात्मा नूं अंदरों जाणिया। आखो सतनाम, उहदे चरण पूजण योग ने, ओनू सदा ही बंदना है। एको नाम एक नारायण, त्रिभुवन एक ज्योति। कहते एको नाम एक नारायण, त्रिभुवन एको ज्योति। एक नाम है रब दा, एको ही नारायण परमेश्वर है जो मनुखा में वरतदा है। कहते तिन्ने भवनां दा वो मालिक है, ओदी जोत सारे ब्रह्मांड च है। रब दी जोत तो बिना है इत्थे की? जिथे देखिए सारियां घटावां दे विच उसे दा पसारा है। इसे करके कहा जाता है सगल घटा के अंतरजामी। तू घटा घटा नूं क्यों जानदा है? क्योंकि हर घट तू बनाई है। हर ब्रह्मांड खंड करोड़ा दीप समूह सब तेरे रचे हुए आ। ਇਹ तो रचन रचिया करतार। ये जो करते ने रचिया होया ते करता सारा कुछ ही जानदा है। मर्द कहते तेरी एक जोत है, एक ही है। जिन्हों बाणी विच किया ना एक ओंकार। रब ना 2 ने ना 3 ने ना 4 ने ना 5 ने। वो अलग गल असीं बथेरे बनाई फिरदे हैं। मुसलमान कहता जी अल्लाह की बोलेगा बढ़ देगा, सिख कहता बोल वाहिगुरू, दूजा तीजा कोई नहीं। हिंदू कहता कह राम, कहते है कोई है। प्यो किसी का पिता है, बंदा भी वही है, वही नाम है। वो किसी का चाचा भी लगी जाता है, किसी का ताया भी है, किसी का फुफड़ भी लगता है, किसी का मासड़ भी लगता है, किसी का तीजा भी लगता होना। बंदा एक है, रिश्तियां दे नाम जिवें अलग अलग हुंदे आ, इसे तरह परमात्मा एक ही है। अपने अपने हिसाब नाल जिन्नी कि किसी नूं समझ आई जी, किसी ने वेख्या मौलिया सारियां घटावां च रचिया, किसी तू मौला है। जे किसी ने वेख्या तू सारियां तू वख अलग है, कहंदे तू अल्लाह है। जे वेख्या तू हर थां ते रमिया होया, कहंदे तू राम है। जे तू परम ईश्वर वड्डे तो वड्डा रब है, तैनूं परमेश्वर कहंदा। कहा क्यों? क्योंकि जिन्ने तेरे नाम ने ना, ये सब कीर्तन नाम ने। कीर्तन नाम कथे तेरी जिह्वा सतनाम है परिपूर्ण नाम। कहते कीर्तन नाम तेरे कमां तो बने। जिवें लोहे का काम करता लोहार है, सोने का काम करता सुनियार है, जिमींदार करता लोकी कहते जिमींदार है। और जमीन ते कोई भी ठेके ते लै सकता है, छोटी जात वाला भी बड़ी जात वाला भी, पर जिमींदार कहाऊगा। सोने का काम कोई भी कर ले, भावें जट दुकान खोल के बैठे, फिर वो सुनियार ते वजना ही है, सुनियार है। इसे तरह परमात्मा नूं ओहदे कम्मां करके याद कीता जांदा है, कोई है पूरे ब्रह्मांड को चलाने वाला। इसे करके बाणी कहती एको है भाई, एको है साहिब मेरा, एको है। एको तो नाल शब्द वरत्या साहिब, साहिब मतलब मालिक। कहते सारी सृष्टि का मालिक करता एक ही है। तेरे भवन तिन्ने भवना लोकां दे विच ओदी जोत व्यापदी है। चौपाई सुन
ਕਰ ਐਸੇ ਬਚਨ ਅਨੂਪਾ ਬੋਹਰੋ ਬੋਲਤ ਭਾਵਚ ਭੂਪਾ। ਸਤਿਗੁਰਾਂ ਦੇ ਪਿਆਰੇ ਬਚਨਾਂ ਨੂੰ ਸੁਣ ਕੇ ਰਾਜਾ ਬੜਾ ਪ੍ਰਭਾਵਿਤ ਹੋਇਆ। ਇੱਥੇ ਕਿੰਨੀ ਸੋਹਣੀ ਤਰਵਰਸ਼ਿਸ਼ ਚੱਲ ਰਹੀ ਹੈ। ਸਵਾਲ ਜਵਾਬ ਰਾਜਾ ਪੁੱਛਦਾ ਕਿ ਗੁਰੂ ਸਾਹਿਬ ਜਵਾਬ ਦੇ ਰਹੇ ਆ। ਕਹਿੰਦਾ ਮਹਾਤਮਾ ਜੀ ਮੈਨੂੰ ਇੰਨਾ ਪਤਾ ਲੱਗ ਗਿਆ ਤੁਸੀਂ ਕੋਈ ਵਲੀ ਹੋ, ਔਲੀਏ ਹੋ, ਰੱਬੀ ਰੂਹ ਹੋ, ਪਰ ਮੈਂ ਜੋ ਮੇਰੀ ਇਸ ਵਹੀ ਵਿੱਚ ਲਿਖਿਆ ਮੈਂ ਉਹ ਕਨਫਰਮ ਕਰਨਾ ਚਾਹੁੰਦਾ। ਦੱਸਦਾ ਨਹੀਂ ਕੀ ਲਿਖਿਆ। ਮਨਸੂਖ ਸ਼ਾਹੂਕਾਰ ਲਿਖਾ ਕੇ ਗਿਆ ਉਹ ਨਾਨਕ ਨੇ ਵੇਦੀਆਂ ਦੀ ਵੰਸ ਜੋ ਆਏ ਆ ਆਪ ਪਰਮੇਸ਼ਰ ਹੋਣਗੇ ਤੇ ਮੇਰੇ ਉਹ ਸਤਿਗੁਰ ਨੇ। ਪਰ ਗੁਰੂ ਸਾਹਿਬ ਨੇ ਤੇ ਅਜੇ ਤੱਕ ਨਹੀਂ ਕਿਹਾ ਵੀ ਮੈਂ ਵੇਦੀ। ਇੱਥੇ ਕੋਈ ਪੁੱਛੇ ਤੂੰ ਕੌਣ ਹੈ, ਉਹ ਮੈਂ ਸਿਆਣੀ ਆ, ਆ ਫਲਾਣਾ ਮੈਂ ਜੱਟ। ਅਸੀਂ ਤੇ 2.5 ਫੁੱਟ ਦੇ ਬੱਚਿਆਂ ਨੂੰ ਕਹੀ ਫਿਰਦੇ ਆ ਵੀ ਆਪਣੀ ਜਾਤ ਦਾ ਕੋੜ ਨਾ ਰੱਖ। ਜਦੋਂ ਬੋਲਦੇ ਆ ਨਾ ਜ਼ਹਿਰ ਨਿਕਲਦਾ ਅੰਦਰੋਂ ਐਡਾ ਵੱਡਾ ਵਖਰੇਵਾ ਝੂਠ ਛਾਤ ਜ਼ੁਬਾਨ ਤੇ ਹੈ ਵੀ ਮੈਂ ਫਲਾਣਾ ਸਿੰਘ ਆ, ਇਹ ਵਿਚਾਰੇ ਗੁਜਰੀ ਆ। ਕਿੰਨਾ ਫਰਕ ਪੈਂਦਾ ਮਨੁੱਖਤਾ ਦੇ ਵਿੱਚ। ਗੁਰੂ ਸਾਹਿਬ ਤੇ ਕਹਿੰਦੇ ਭਾਈ ਇਹ ਸਾਰੇ ਇੱਕੋ ਹੀ ਨੇ, ਸਭੇ ਸਾਂਝੀ ਵਾਰ ਸਦਾਏ ਕੋਈ ਨਾ ਦਿਸੈ ਮਹਾਰਾਜ। ਸਭ ਇੱਕ ਹਨ, ਸਭ ਇੱਕ ਦੇ ਪਿਆਰੇ ਨੇ। ਅਸੀਂ ਅੰਮ੍ਰਿਤ ਛਕ ਕੇ ਵੀ ਸਾਡੇ ਤੋਂ ਕੋੜ ਉਹੀ ਹੈ, ਜ਼ਹਿਰ ਉਹੀ ਹੈ, ਰਹਿਣਾ ਹੀ ਹੈ। ਸੱਪ ਜ਼ਹਿਰ ਥੋੜੀ ਛੱਡ ਸਕਦਾ ਹੈ, ਚਾਹੇ ਉਹਨੂੰ ਅੰਮ੍ਰਿਤ ਛਕਾ ਦਿਓ, ਦੁੱਧ ਬਣਾ ਲਿਓ। ਸਾਡੀ ਬਿਰਤੀ ਸੱਪਾਂ ਵਾਲੀ ਹੈ, ਭਾਗਾਂ ਵਾਲੇ ਨੇ ਜਿਨ੍ਹਾਂ ਅੰਦਰ ਨਫ਼ਰਤ ਦਾ ਜ਼ਹਿਰ ਮੁੱਕ ਜਾਂਦਾ ਹੈ। ਰਾਜਾ ਗੁਰੂ ਸਾਹਿਬ ਨੂੰ ਪ੍ਰਭਾਵਿਤ ਹੋ ਕੇ ਪੁੱਛਦਾ ਏ ਇਹ ਮੈਨੂੰ ਸਹੀ ਗੱਲ ਕਿਉਂ ਨਹੀਂ ਦੱਸ ਰਹੇ। ਬਾਬਾ ਨਾਨਕ ਵੀ ਕਹਿ ਸਕਦਾ ਸੀ ਮੇਰੀ ਬੰਸ ਬੜੀ ਵੱਡੀ, ਮੈਂ ਬੇਦੀਆਂ ਚੋਂ ਆਇਆ ਯਾਰ, ਮੈਂ ਤੁਹਾਡੇ ਤੋਂ ਕੀ ਲੈਣਾ। ਇੱਕੋ ਮਥਾ ਨਹੀਂ, ਨਿਮਰਤਾ ਦੇਖੋ, ਨਿਮਰਤਾ ਏਡੀ। ਮਲਕ ਭਾਗੋ ਦੇ ਮਹਿਲਾਂ ਚ ਨਹੀਂ ਗਏ, ਭਾਈ ਲਾਲੋ ਗਰੀਬ ਦੇ ਘਰ ਰੋਟੀਆਂ ਛਕਦੇ ਗਏ। ਸੁਖੀਆਂ ਹੈ ਸਾਡੇ ਪਿਆਰੇ ਸਤਿਗੁਰ ਵਰਗਾ ਕੋਈ ਦੁਨੀਆ ਨਾ ਹੋਇਆ ਨਾ ਕਦੇ ਹੋਣਾ। ਗੁਰੂ ਨਾਨਕ ਸਾਹਿਬ ਜੀ ਨੂੰ ਫੇਰ ਪੁੱਛਣਾ ਚਾਹੁੰਦਾ ਵੀ ਜੇ ਕਿਤੇ ਆਪਣੀ ਜਾਤ ਦਾ ਮਾੜਾ ਜਾ ਸੁਨੇਹਾ ਦੇ ਦੇ ਤਾਂ ਜੋ ਮੇਰਾ ਸਿਰਨਾਵਾ ਹੈ ਇਹਨਾਂ ਨਾਲ ਮੈਚ ਕਰ ਜਾਵੇ। ਜਾਤ ਤੁਮਾਰੀ ਖੱਤਰੀ ਹੈ, ਸੁਣਿਓ ਕਮਲ ਨੈਣ ਪੁਨ ਕਾਹੈ। ਆਖਰਕਾਰ ਰਾਜੇ ਨੇ ਵੇਖਿਆ ਵੀ ਇਹ ਤਾਂ ਨਹੀਂ ਦੱਸਦੇ ਜਾਤ, ਵੀ ਮੈਂ ਪੁੱਛ ਲਿਆ ਬ੍ਰਾਹਮਣੋ, ਬੋਲੇ ਹੀ ਨਹੀਂ। ਕਹਿੰਦੇ ਉਹ ਜੋ ਬ੍ਰਾਹਮਣ ਮੰਨਦਾ ਬ੍ਰਾਹਮਣ ਉਹੀ ਹੈ। ਕਹਿੰਦਾ ਬਾਬਾ ਜੀ ਤੁਸੀਂ ਖੱਤਰੀ ਤਾਂ ਨਹੀਂ ਕਹਿੰਦੇ। ਗੁਰੂ ਸਾਹਿਬ ਨੂੰ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੱਤਰੀ ਸ਼ਬਦ ਸੁਣ ਕੇ ਖੁਸ਼ੀ ਜ਼ਾਹਰ ਨਹੀਂ ਕੀਤੀ। ਇੱਥੇ ਕੋਈ ਮੇਰੇ ਵਰਗੀ ਨੂੰ ਮੈਂ ਲੱਖ ਪ੍ਰਚਾਰ ਕਰੀ ਜਾਵਾਂ, ਕੋਈ ਮੈਨੂੰ ਆਖੇ ਨਾ ਯਾਰ ਮੈਂ ਸਿਆਣੀ ਭਰਾ, ਮੈਨੂੰ ਹਾਏ ਹਾਏ ਇੱਕ ਸਾਡਾ ਹੀ ਹੈ, ਪਰ ਮਾਫ ਕਰਿਓ ਮੈਨੂੰ ਚਾਹ ਚੂਰੀ ਹੈ। ਮੈਂ ਕਹਿੰਦਾ ਜਿੰਨੇ ਘਟੀਆ ਬੰਦੇ ਸਾਡੇ ਸਿਆਣੀ ਉਹਨਾਂ ਤੋਂ ਹੋਣਾ ਸ਼ਰਿਆ ਹੋਵੇ ਨਾ ਗੁਰੂ ਦੀ ਹਜ਼ੂਰੀ ਵਿੱਚ। ਜਾਤਾਂ 'ਚ ਕੀ ਰੱਖਿਆ? ਬੰਦਾ ਚੰਗਾ ਹੋਣਾ ਚਾਹੀਦਾ, ਬੰਦਾ ਉਹਦੇ ਜੀਵਨ ਦਾ ਕਿਰਦਾਰ ਚੰਗਾ ਹੋਣਾ ਚਾਹੀਦਾ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੂੰ ਪੁੱਛਦਾ ਤੁਸੀਂ ਖੱਤਰੀ ਹੋ? ਸਤਿਗੁਰਾਂ ਸੁਣ ਕੇ ਮੁਖ ਨੀਵਾਂ ਕਰ ਵੀ ਰਾਜਿਆ ਇੱਕ ਨਿਰੰਕਾਰ ਨਾਲ ਜੁੜ ਕੇ ਵੀ ਬ੍ਰਾਹਮਣਾਂ ਦੀਆਂ ਜਾਤਾਂ ਚ ਤੁਰੇ ਫਿਰਦੇ। ਅਸੀਂ ਸਿੱਖ ਹਾਂ, ਸਿੱਖ ਕਰ ਵੀ ਕਰਦੇ ਆ, ਪਰ ਜਾਤਾਂ ਕਿਹਨਾਂ ਦੀਆਂ ਨੇ? ਮੈਂ ਕਹਿੰਦਾ ਜਿਹਨੂੰ ਮਰਜ਼ੀ ਪੁੱਛ ਲਓ ਵੀ ਬਣਾਈਆਂ ਕੀ ਨੇ, ਕਿਸੇ ਨੂੰ ਨਹੀਂ ਪਤਾ ਵੀ ਜਾਤ ਪਾਤ ਦਾ ਸੰਗਠਨ ਬਣਿਆ ਕਿੱਥੋਂ, ਬਣਾਈਆਂ ਕੀ ਨੇ, ਉਤਪਤੀ ਕਿੱਥੋਂ ਹੋਈ। ਯੂਰਪ ਦੇ ਲੋਕਾਂ ਨੇ ਕਦੇ ਕਿਹਾ ਸੀ ਫਲਾਣੇ ਹੁੰਦੇ ਆ, ਕਦੇ ਚਾਈਨਾ ਵਾਲਿਆਂ ਨੂੰ ਪੁੱਛੋ ਜਾ ਕੇ, ਜਾਪਾਨ ਵਾਲਿਆਂ ਨੂੰ ਪੁੱਛੋ ਵੀ ਤੁਹਾਡੀ ਜਾਤ ਕੀ ਹੈ, ਸਾਡੇ ਵਾਲਿਆਂ ਨੂੰ ਪੁੱਛੋ ਲੈ ਫਲਾਣਾ ਸਿੰਘ ਕੌਣ ਹੈ, ਸਿੰਘ ਸੁਖ ਤੇ ਕਾਹਨੂੰ ਕਹਿੰਦੇ ਆ, ਨਾਂ ਤੋਂ ਪਹਿਲੇ ਲਿਖਾ ਲੈਂਦੇ ਆ। ਕੌਣ ਹੈ? ਹੰਕਾਰ ਹੈ ਨਾ। ਇਹ ਮਨੂ ਸਿਮਰਤੀ ਵਿੱਚ ਲਿਖੀਆਂ ਜਾਤਾਂ ਜਿਹਦੇ ਸੰਵਿਧਾਨ ਨੂੰ ਆਰਐਸ ਚੱਕੀ ਫਿਰਦੀ ਹੈ ਨਾ, ਇਹ ਉਹ ਹੈ ਇੱਕ ਪੰਡਤ ਹੋਇਆ, ਬ੍ਰਾਹਮਣ ਹੋਇਆ ਜਿਹਨੇ ਜਾਤਾਂ ਪਾਤਾਂ ਬਣਾਈਆਂ। ਇਹ ਤੋਂ ਪਹਿਲਾਂ ਪੁਰਾਣੀਆਂ ਵੀਸੀਆਂ ਦਾ ਇਤਿਹਾਸ ਪੜ੍ਹ ਕੇ ਵੇਖੋ, ਸਿਰਫ ਦੋ ਹੀ ਗੱਲਾਂ ਸੀ, ਜਾਂ ਹਿੰਦੂ ਲੋਕ ਸਨ ਜਾਂ ਮੁਸਲਮਾਨ ਸਨ। ਮੁਸਲਮਾਨ ਕੱਢ ਕੇ ਆਉਂਦੇ ਸੀ, ਹਿੰਦੂਆਂ ਦਾ ਕਤਲੇਆਮ ਕਰ ਜਾਂਦੇ ਸੀ। ਕੋਈ ਉਦੋਂ ਕੋਈ ਜਾਤ ਪਾਤ ਦਾ ਰੌਲਾ ਨਹੀਂ ਸੀ, ਸਿਰਫ ਪੜਾਇਆ ਗਿਆ, ਲੋਕਾਂ ਨੂੰ ਵੰਡਿਆ ਗਿਆ। ਫਲਾਣੇ ਦੀ ਵਰਗ ਵੰਡ ਕਰਤੀ, ਸ਼ੂਦਰ ਹੈ, ਇਹ ਛੋਟੀ ਜਾਤ ਦਾ, ਇਹਦੇ ਹੱਥ ਦਾ ਨਹੀਂ ਖਾਣਾ, ਇਹ ਕੋਲੋਂ ਨਾ ਲੰਘ ਜੇ। ਦੀਨ ਦੁਨੀਆ ਦੇ ਮਾਲਕ ਸਤਿਗੁਰ ਸੁਣ ਕੇ ਮੁਸਕਰਾ ਪਏ। ਰਾਜਾ ਕਹਿੰਦਾ ਜੀ ਤੁਸੀਂ ਖੱਤਰੀ ਹੋ ਨਾ, ਤੁਹਾਡਾ ਨਾਮ ਨਾਨਕ ਹੈ। ਜਿਹਵ ਡੰਡੀ ਘਟ ਛਾਪ। ਉਸ ਵੇਲੇ ਸਤਿਗੁਰਾਂ ਨੇ ਜਵਾਬ ਦਿੱਤਾ, ਕਹਿੰਦੇ ਜਿਹਬਾ ਡੰਡੀ, ਜੀਭ ਸਾਡੀ ਸਟਿਕ ਹੈ, ਸੋਟੀ ਹੈ, ਜਿਹੇ ਘਟ ਛਾਪਾ, ਹਿਰਦਾ ਸਾਡਾ ਕਹਿੰਦੇ ਛਾਪਾ ਏ। ਜ਼ਿਕਰ ਕਾਹਦਾ ਕਰਦੇ ਆ? ਸੁਨਿਆਰ ਕੋਲ ਛੋਟਾ ਜਿਹਾ ਕੰਡਾ ਵੇਖਿਆ ਨਾ, ਆਪੇ ਕੰਡਾ ਤੋੜ ਤਰਾਜੀ ਪਰ ਆਪੇ ਤੋੜ ਤਲਾਇਆ। ਇੱਕ ਤੇ ਕੰਡਾ ਬਹੁਤ ਵੱਡਾ ਹੁੰਦਾ ਜਿੱਥੇ ਟਰੱਕ ਤੋਲੇ ਜਾਂਦੇ ਆ, ਇੱਕ ਸੁਨਿਆਰ ਕੋਲ ਹੁੰਦਾ ਹੈ ਉਹ ਕੰਡਾ ਇਹ ਤੋਂ ਵੱਡੀ ਹੋਵੇ ਤਕੜੀ ਹੁੰਦੀ। ਸਤਿਗੁਰ ਜੀ ਉਧਰ ਇਸ਼ਾਰਾ ਕਰਦੇ ਆ, ਕਹਿੰਦੇ ਸਾਡੀ ਜੀਭ ਇੱਕ ਕੰਡਾ ਹੈ,
ਉਹਦੀ ਸਟਿਕ ਜੋ ਫੜੀ ਜਾਂਦੀ, ਜਿਹਦੇ ਥੱਲੇ ਛਾਪੇ ਬਣੇ ਹੁੰਦੇ, ਕਹਿੰਦੇ ਹਿਰਦਾ ਸਾਡਾ ਛਾਪਾ ਹੈ ਜਿਹਦੇ ਵਿੱਚ ਵਸਤੂਆਂ ਪਾਈਆਂ ਜਾਂਦੀਆਂ ਨੇ। ਤੋਲੋ ਨਾਮ ਅਜਾਚੀ, ਤੋਲੋ ਨਾਮ ਅਜਾਚੀ, ਕਹਿੰਦੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਛਾਪਿਆਂ ਵਿੱਚ ਤੋਲਿਆ ਏ। ਤੋਲਿਆ ਕਿਵੇਂ ਗਿਆ? ਤੋਲਿਆ ਕਦੇ ਨਾ ਜਾਂਦਾ ਜੀ। ਜਦੋਂ ਵੀ ਕੋਈ ਕੰਡਾ ਹੋਏਗਾ ਉਹਦੀ ਉੱਪਰਲੀ ਜਿਹੜੀ ਸਰੀਆ ਹੋਵੇ, ਸੋਟੀ ਹੋਵੇ, ਮੇਨ ਉਹੀ ਹੈ ਜਿਹਦੇ ਤੇ ਬੰਨੇ ਹੋਏਗਾ। ਮਰਦ ਕਹਿੰਦੇ ਉਹ ਤੇ ਜ਼ੁਬਾਨ ਹੈ ਸਾਡੀ, ਆਪਣੀ ਜ਼ੁਬਾਨ ਨਾਲ ਨਾਮ ਜਪਿਆ, ਹਿਰਦੇ 'ਚ ਵਸਾਇਆ। ਹਿਰਦਾ ਸੀ ਛਾਪਾ, ਹਿਰਦਾ ਸੀ ਤਕੜੀ ਦੀਆਂ ਕੌਲੀਆਂ ਜਿਹ 'ਚ ਨਾਮ ਰੱਖਿਆ। ਕਹਿੰਦੇ ਅਜਾਚੀ, ਜੋ ਪਰਮਾਤਮਾ ਤੋਂ ਮੰਗਿਆ ਹੈ, ਜਿਹਦੇ ਨਾਮ ਜਪਿਆ, ਰੱਬ ਦਾ ਪਿਆਰਾ ਹੋ ਗਿਆ, ਉਹ ਜਾਤ ਪਾਤ ਤੋਂ ਉੱਚਾ ਹੋ ਜਾਂਦਾ। ਕੋ ਸਦ ਨਾਮ ਸੰਤ ਤੇ ਰੱਬ ਦੇ ਪਿਆਰਿਆਂ ਦੀ ਕਦੇ ਕੋਈ ਜਾਤ ਨਹੀਂ ਹੁੰਦੀ। ਜਿਹੜੇ ਫਕੀਰ ਹੁੰਦੇ ਆ ਨਾ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਸਾਡੀ ਜਾਤ ਕਿਹੜੀ ਹੈ। ਕਹਿੰਦੇ ਸਾਡੀ ਜਾਤ ਸਿਰਫ ਮਨੁੱਖਾ ਸਰੀਰ ਹੈ, ਸਾਡੀ ਜਾਤ ਇਹ ਹੈ। ਇੱਕ ਪਾਸੇ ਬਿੱਲੀ ਰੱਖ ਦਿਓ, ਦੂਜੇ ਪਾਸੇ ਕੁੱਤਾ ਬਿਠਾ ਦਿਓ, ਇੱਕ ਪਾਸੇ ਬੰਦਾ ਬਿਠਾ ਦਿਓ, ਹੁਣ ਪੁੱਛੋ ਜਾਤ ਕੀ ਹੈ? ਕਹਿੰਦੇ ਇਹਦੀ ਜਾਤ ਬਿੱਲੀ ਹੈ, ਇਹਦੀ ਜਾਤ ਕੁੱਤਾ ਹੈ, ਤੇ ਮੇਰੀ ਜਾਤ ਮਨੁੱਖਾ ਹੈ। ਹੁਣ ਬਿੱਲੀ ਕਹਿੰਦੀ ਹੈ ਜੀ ਮੇਰਾ ਫਲਾਣਾ ਗੋਤ ਹੈ, ਸੁਣਿਆ ਤਾਂ ਕੋਈ ਬਿੱਲੀ ਆਖਦੀ ਹੋਵੇ ਮੇਰਾ ਆਹ ਗੋਤ ਆ, ਅਸੀਂ ਫਲਾਣੀਆਂ ਬਿੱਲੀਆਂ ਹੁੰਦੀਆਂ ਨਹੀਂ, ਬਿੱਲੀਆਂ ਕੁਝ ਬਰੀਡਾਂ ਅਲੱਗ-ਅਲੱਗ ਹੋ ਸਕਦੀਆਂ ਨੇ, ਜਿਵੇਂ ਕੋਈ ਚਾਈਨੀਜ਼ ਹੈ, ਕੋਈ ਯੂਰਪੀਅਨ ਹੈ, ਬੰਦਿਆਂ 'ਚ ਵੀ ਹੈ, ਪਰ ਜਾਤ ਦੇ ਮਨੁੱਖਾਂ ਨਾ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਕਹਿੰਦੇ ਭਾਈ ਅਸੀਂ ਨਾਮ ਪਰਮੇਸ਼ਰ ਦਾ ਤੋਲਿਆ। ਤੋਲਿਆ ਕਾਹਤੇ? ਹਿਰਦੇ ਦੇ ਵਿੱਚ, ਘੱਟ ਦੇ ਵਿੱਚ, ਮਨ ਦੇ ਵਿੱਚ। ਕਹਿੰਦੇ ਫਿਰ ਇਹ ਤਕੜੀ ਬੜੀ ਸੁਹਾਵਣੀ ਹੋਈ ਹੈ। ਇੱਕੋ ਹਾਟ ਸਾਹੋ ਸਬਣਾ ਸਿਰ, ਵੰਜਾਰੇ ਇੱਕ ਭਾਤੀ। ਕਹਿੰਦੇ ਇੱਕੋ ਹਾਟ, ਇੱਕ ਦੁਕਾਨ ਹੈ, ਬਣਜਾਰੇ ਸਾਰੇ ਤਰ੍ਹਾਂ ਦੇ ਨੇ, ਪਰ ਇੱਕ ਹਾਟੇ ਉੱਤੇ ਆਉਂਦੇ ਆ। ਕਹਿੰਦੇ ਉਹ ਪਰਮਾਤਮਾ ਤੋਲ ਕੇ ਦਿੰਦਾ। ਭਾਵ ਕੀ ਦੱਸਿਆ ਗੁਰੂ ਸਾਹਿਬ ਨੇ? ਵੀ ਪਰਮੇਸ਼ਰ ਨੇ ਇੱਕੋ ਤਰ੍ਹਾਂ ਦੀ ਡਾਈ ਬਣਾਈ ਮਨੁੱਖਾ ਸਰੀਰ ਬਣਾਉਣ ਵੇਲੇ। ਸਵਾਲ ਕੀਤਾ ਨਾ, ਜਾਓ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਉਣ ਵਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣ ਹੈ, ਮਾਤਾ ਦੇ ਮੂੰਹ ਤੋਂ ਕਿਉਂ ਨਹੀਂ ਜੰਮਿਆ? ਕੁੱਖ ਤੋਂ ਕਿਉਂ ਜੰਮਿਆ? ਉੱਥੋਂ ਤੇ ਸਾਰੀ ਦੁਨੀਆ ਜਨਮ ਲੈਂਦੀ ਹੈ, ਭਾਵੇਂ ਕੋਈ ਛੋਟਾ ਭਾਵੇਂ ਕੋਈ ਵੱਡਾ। ਕਹਿੰਦੀ ਉਸ ਪਰਮਾਤਮਾ ਨੇ ਇੱਕੋ ਹੀ ਰੂਪ ਸਿਰਜਿਆ ਸਾਰਿਆਂ ਦਾ, ਇੱਕੋ ਹੀ ਖੂਨ ਹੈ, ਕਿਡਨੀਆਂ ਸੇਮ ਨੇ, ਸਭ ਕੁਝ ਸੇਮ ਹੈ, ਫਰਕ ਹੈ ਜੀ ਕੋਈ ਰੂਪ ਦਾ ਫਰਕ ਹੈ। ਉਹ ਇੱਕ ਪਰਿਵਾਰ ਜੇ ਕੋਈ ਮੰਨ ਲਓ ਆਖੇ ਕਿ ਮੇਰੀ ਫਲਾਣੀ ਜਾਤ ਹੈ, ਇੱਕ ਜਾਤ ਦੇ ਬੰਦੇ ਇਕੱਠੇ ਕਰ ਲਓ, ਬਲੱਡ ਗਰੁੱਪ ਉਹਨਾਂ ਦਾ ਨਹੀਂ ਮੈਚ ਕਰ, ਜਾਤਾਂ ਨਾਲ ਕੀ ਕਰੋਗੇ? ਸਤਿਗੁਰ ਆਖਦੇ ਕਹਿੰਦੇ ਇੱਕ ਪਰਮਾਤਮਾ ਨੇ ਬਣਾਇਆ, ਸਾਰੇ ਬਣਜਾਰੇ ਬਣਾਤੇ। ਬਣਜਾਰੇ ਕੌਣ ਨੇ? ਜਿਵੇਂ ਉਹ ਗਲੀ ਗਲੀ ਫਿਰਦੇ ਹੁੰਦੇ ਆ ਨਾ, ਕੋਈ ਕਹਿੰਦਾ ਬੰਦਾ ਚੜਾ ਲਓ, ਕੋਈ ਕਹਿੰਦਾ ਸਮਾਨ ਲੈ ਲਓ, ਫਲਾਣੀ ਚੀਜ਼ ਲੈ ਲਓ। ਕਹਿੰਦੇ ਬਣਜਾਰੇ ਬਣ ਕੇ ਰੱਬ ਦਾ ਨਾਮ ਵੇਚਦੇ ਫਿਰਦੇ, ਰੌਲਾ ਪਾਉਂਦੇ ਫਿਰਦੇ ਆ, ਪਰ ਇੱਥੇ ਨਾ ਕੋਈ ਖੱਤਰੀ, ਨਾ ਕੋਈ ਬ੍ਰਾਹਮਣ, ਨਾ ਕੋਈ ਜੱਟ, ਨਾ ਕੋਈ ਸ਼ੂਦਰ। ਗੁਰੂ ਸਾਹਿਬ ਕਹਿੰਦੇ ਸਭ ਇੱਕੋ ਭਾਗੀ, ਇੱਕ ਤਰ੍ਹਾਂ ਦੇ ਹਨ ਸਾਰੇ। ਸਾਡੀ ਜਾਤ ਮਨੁੱਖਤਾ ਹੈ। ਕਹਿੰਦੇ ਰਾਜਾ ਸੁਣ ਕੇ ਸ਼ਰਮਿੰਦਾ ਹੋ ਗਿਆ, ਮੈਂ ਤੇ ਲਿਖੀ ਕਰਦਾ ਬੇਦੀ ਨੇ, ਕਿਤੇ ਖੱਤਰੀ ਨੇ। ਗੁਰੂ ਸਾਹਿਬ ਨੇ ਖੰਡਨ ਕਰ ਦਿੱਤਾ, ਨਾ ਕੋਈ ਬ੍ਰਾਹਮਣ, ਨਾ ਕੋਈ ਖੱਤਰੀ, ਨਾ ਕੋਈ ਮਨਵੀ। ਭਾਈ ਉਸ ਬਣਜਾਰੇ ਪਰਮਾਤਮਾ ਨੇ ਸਭ ਕੁਝ ਇੱਕ ਬਣਾਇਆ, ਇੱਕੋ ਤਕੜੀ ਵਿੱਚ ਤੋਲਿਆ ਏ। ਸੋ ਪਈ ਤਦਪਨ ਨਿਸ਼ਚਾ ਭੂਪਤ ਆਵਾ, ਮਨ ਕੇ ਵਿਖੇ ਅਦਕ ਅਕਲਾਵਾ। ਜਦੋਂ ਸਤਿਗੁਰਾਂ ਦੇ ਬਚਨ ਸੁਣ ਕੇ ਅੰਦਰ ਦੀ ਤਸੱਲੀ ਨਾ ਹੋਈ ਕਿ ਇਹਨਾਂ ਸਾਧੂਆਂ ਨੂੰ ਮੈਂ ਜੋ ਪੁੱਛਦਾ ਗੱਲ ਘੁਮਾ ਫਰਾ ਕੇ, ਹੁਣ ਉਹਦੀ ਇੰਨੀ ਅਵਸਥਾ ਨਹੀਂ, ਉਹਨੂੰ ਲੱਗਦਾ ਘੁਮਾ ਫਰਾ ਕੇ ਤੁਸੀਂ ਨਾ ਕਿਸੇ ਘੱਟ ਪੜੇ ਬੰਦੇ ਸਾਹਮਣੇ ਸਿਆਣੀ ਗੱਲ ਕਰਦੇ ਹੋ। ਉਹ ਕਹਿੰਦਾ ਜੱਬੜੀਆਂ ਬੰਦ ਕਰ ਆਪਣੀਆਂ, ਮੈਨੂੰ ਤੇਰਾ ਕੁਝ ਵੀ ਸਮਝ ਨਹੀਂ ਆਉਂਦਾ, ਬਹੁਤੀ ਅੰਗਰੇਜ਼ੀ ਨਾ ਘੋਟ ਮੇਰੇ ਕੋਲ, ਜੋ ਬੋਲਦਾ ਮੈਨੂੰ ਨਹੀਂ ਪਤਾ ਕੀ ਹੈ। ਅਵਸਥਾ ਵੀ ਉੱਪਰ ਦੀ ਗੱਲ ਹੈ। ਹੁਣ ਨਰਸਰੀ ਵਾਲੇ ਬੱਚੇ ਕੋਲ ਬਹਿ ਕੇ 10ਵੀਂ ਦੀਆਂ ਗੱਲਾਂ ਕਰੋ, 10ਵੀਂ ਵਾਲੇ ਕੋਲ ਬਹਿ ਕੇ PGDCA ਦੀਆਂ ਗੱਲਾਂ ਕਰੀ ਜਾਓ, ਕੀ ਕਰੋਗੇ? ਆਉ ਸਮਝ। ਹਾਂ ਬਰਾਬਰ ਦਾ ਹੋਵੇ ਕੋਈ, ਜੇ ਕੋਈ 12ਵੀਂ ਵਾਲਾ 12ਵੀਂ ਦੀ ਗੱਲ ਕਰੋ ਸਮਝ ਜਾਂਦਾ ਹੈ, BA ਵਾਲੇ ਕੋ BA ਦੀ ਗੱਲ ਕਰੋ ਬੜਾ ਖੁਸ਼ ਹੁੰਦਾ ਹੈ, ਲਾਅ ਵਾਲੇ ਕੋ ਲਾਅ ਦੀ ਗੱਲ ਕਰੋ ਕਹਿੰਦਾ ਹਾਂ ਹਾਂ ਮੈਨੂੰ ਸਮਝ ਆਈ, ਤੂੰ ਕਿੱਥੇ ਬੋਲਦਾ ਮੈਂ ਜਾਣ ਗਿਆ। ਹੁਣ ਇੱਥੇ ਜਦੋਂ ਸਤਿਗੁਰਾਂ ਦੇ ਬਚਨ ਆਖੇ ਰਾਜਾ ਸ਼ਿਵ ਨਾਲ ਬੇਸ਼ੱਕ ਅਵਸਥਾ ਤੇ ਜੁੜਿਆ, ਪਰ ਰੱਬ ਵਰਗੀ ਅਵਸਥਾ ਥੋੜੀ ਹੋਈ। ਇਹਦੇ ਮਨ ਕਰਕੇ ਵਿਆਕੁਲ ਹੋ ਗਿਆ, ਰੱਬਾ ਮੇਰਾ ਭੇਦ ਦੇ ਦੇ, ਆਪਣਾ ਦੱਸਦਾ ਕਿਉਂ ਨਹੀਂ? ਹੁਣ ਜ਼ੁਬਾਨੋਂ ਕੁਝ ਬੋਲਿਆ ਹੀ ਨਾ। ਨਿਰਣੇ ਕਰ ਨਹਿ ਜਾਤ ਬਤਾਵੇਂ, ਨਹਿ ਨਿਜ ਆਨੰਦ ਨਾਮ ਅੱਲਾ ਮੈਂ। ਅੰਦਰੋਂ ਬੜਾ ਦੁਖੀ ਹੋਇਆ ਵੀ ਰੱਬਾ ਮੇਰਿਆ ਉਹ ਪਿਆਰਿਆ, ਤੂੰ ਮੈਨੂੰ ਹੋਰ ਹੋ ਜਾਂਦਾ,
मैं तो ये देखना सी तेरी जात की, तेरा धर्म की, मत्था टेकन लगी फटाफट भी बाबा नानक जी आ गए। तुसीं मैनूं आप ही उलझाई, जिहनूं रब उलझावे ना वो कदे सुलझ नहीं सकदा। जिहनूं रब हिला दे ना सिद्धा तुर सकदा कदे, ते जिहनूं परमात्मा अपने घर तो दूर कर दे लखां लोग जोड़न वाले मिल जाण, जोड़ी नहीं सकदा कदे। कहंदा पातशाह जी उलझाओ ना मैनूं, मैं ते होर उलझ गया। पुछना सी तुहाडी जात की है, तुसीं पहलां कदे योगियां दी गल, कदे ब्राह्मणां दी गल, कदे किसे दी गल। मेरी समझ तो बाहर है कि मैं तुहानूं रब मन्ना ते मन्ना किवें। गुरु साहब रब मनाउण थोड़ी आए आ कि तू सानूं रब कह। उत्ते मनसुख शाहूकार ने कहता भी रब एक दिन तेरा प्यार समझ के आऊगा, पर परख नहीं। परखिया भी बड़ा, इत्थे किन्ने आए जी नानक बन के, तुसीं पिछले दिनां च सुणदे आए हो सैकड़े लोग आए नानक बन के, फिर औरतां जांदियां रात नूं हो जांदे सी बेगारां च। इक्को ही आए ने जिहड़े हुण तक डोले नहीं, जिन्हां ने डोलण वालियां नूं अंदरों शांत कर दित्ता। फिर राजा कन्फ्यूज जा के ना अंदरों घबराया भी मैं अजे भी सियाणप करदा। गुरु साहब क्यों चोट मारदे आ भी राजा भगती भी करदा ते सियाणपां भी करदा। आखो सतनाम आ कित्थे चलदियां रब बाणी आपां रोज पढ़दे आ, अजे तक सानूं समझ ही नहीं आई। जिहनूं मर्जी पुछो हाँ जी जपजी साहब पढ़दा कदे पढ़े, सहस सियाणपा लख होवे तां इक ना ਚੱਲੇ नाल। फिर अगला वचन किव सचियारा होई है, किव कूड़ा टुटै बाल। भी झूठ दी अंदर कंध किदां टुटूगी, महाराज कहंदे जदों तक सियाणपा करेगा कित्थों टुट जूगी। ये सारा कुछ पढ़न वाला भी कहंदा लै ਸਾਡੇ ਵਰਗਾ ਕੌਣ ਹੈ, ਅਸੀਂ ਤੇ ਬਹੁਤ ਚੰਗੇ ਆ ਜੀ, ਅਸੀਂ ਤੇ ਗੁਰੂ ਘਰ ਜਾਂਦੇ, ਸਾਡੇ ਕਰਮ ਵੱਡੇ। ਉਹ ਆਪ ਹੀ ਮਾਨ ਕਰਦਾ ਫਿਰਦਾ। ਗੁਰੂ ਸਾਹਿਬ ਕਹਿੰਦੇ ਚਤਰਾਈਆਂ ਚਲੀਆਂ ਤੇ ਦੂਜੇ ਮੰਨੇ ਹੀ ਨਹੀਂ, ਕਦੇ ਪੜਿਆ ਨਹੀਂ। ਰਾਜਾ ਉਸ ਵੇਲੇ ਡੋਲ ਗਿਆ ਅੰਦਰੋਂ ਵੀ ਮੈਂ ਇਹਨਾਂ ਨੂੰ ਕੀ ਆਖਾਂ, ਬੜੀਆਂ ਗਹਿਰੀਆਂ ਗੰਭੀਰ ਗੱਲਾਂ ਕਰਦੇ ਨੇ। ਦੋਹਰਾ ਸਾਧ ਗ੍ਰਸਤੀ ਜਗਤ में और सुमुखी संत उभय मद तुम कौन हो, कहो संत जी मंत। देर बाद राजा सोच समझ के बोलिया, कहता जी साध दुनिया ते बहुत तरह दे हुंदे आ, एक गृहस्थी साधु भी हुंदे आ, घर वाली नाल ना बने पाया झोला ते मैं साधु बड़े थोड़े करदे। एक और ने जिन्हां ने सब कुछ त्याग दिता, धी पुत छड़ दिते, सिर्फ रब दी सादगी दे करे फिरदे आ। कहंदा बड़े तरह दे मैं संत वेखे, तरह तरह दे आउंदे ने। बाणी भी लिखदी है संत समूह अनेक मती के। संत एक तरह दे नहीं, साधु एक तरह दे नहीं, हजारां किस्मां दे, अपना अपना सुभाव सारे। गुरु साहब नूं कहंदा जी मैनूं किरपा करके दस दिओ भी तुसीं गृहस्थी हो, बाणप्रस्थ हो जां सन्यासी हो। तीन जने इकट्ठे, क्योंकि ये निशानियां दसियां सी भाई मनसुख शाहूकार ने, मेरा सतगुर गृहस्थी है, तो गृहस्थ विच रह के भी बेपरवाह ते अडोल रहिंदा है, डोलदा नहीं है। राजा कहंदा तुसीं मैनूं किरपा करके दसो उदासी हो जां तुसीं गृहस्थी हो। दोवें सिरे सतगुरु नबीड़े, सो बूझे जिसी कलिब लागी। सतगुर कहंदे दोवें सिरे सतगुरु नबीड़े, सो बूझे जिस एक बुझाती। कहते दो सिरे किहड़े आ, जमना ते मरना, उदासी ते गृहस्थी। कहते ये ते साडे सतगुरु परमात्मा ने निमेड़ ही दित्ते। ना असीं कुवारे आ, ना असीं विआहे आ, ना असीं गृहस्थी आ, ना असीं साध। कहते जानदा सिर्फ वही है जिहनूं आप जणाउंदा। सतनाम कोई दुनिया च रब नूं जाण सकदा जी, ਉਹੀ जाण सकदा जी ਉਹ ਆਪਣੇ ਨੇੜੇ ਕਰ ਲਏ। ਨੇੜੇ ਕਿਵੇਂ ਕਰੂਗਾ? ਮਿਹਨਤ ਕਰਕੇ ਹੋਣਾ ਪੈਣਾ ਹੈ, ਮੁਸ਼ੱਕਤ ਕਰਨੀ ਪੈਣੀ ਹੈ, ਸੇਵਾ ਸਿਮਰਨ ਕਰਨਾ ਪੈਣਾ, ਨਿਮਰਤਾ ਰੱਖਣੀ ਪੈਣੀ ਹੈ। ਤਾਂ ਹੀ ਕਿਹਾ ਨਾ ਵੀ ਗੁਰੂ ਦੀ ਕਿਰਪਾ ਬਿਨਾ ਕੁਝ ਨਹੀਂ ਹੁੰਦਾ। ਹੁਣ ਕਿਰਪਾ ਰਜਾਈ ਚ ਪੇਟ ਹੋਣੀ, ਘਰੇ ਸੁੱਤੇ ਵੇ ਤਾਂ ਹੋਣੀ ਨਹੀਂ। ਕਿਰਪਾ ਕਰਾਉਣ ਲਈ, ਕਿਰਪਾ ਖੱਟਣ ਲਈ ਗੁਰੂ ਘਰ ਆਉਣਾ ਪੈਣਾ, ਸੰਗਤ ਵਿੱਚ ਬਹਿਣਾ ਪੈਣਾ, ਨਿਮਰਤਾ ਰੱਖਣੀ ਪੈਣੀ, ਚੰਗੇ ਗੁਣ ਧਾਰਨ ਕਰਨੇ ਪੈਣੇ। ਬਾਦ ਕਹਿੰਦੇ ਜਿਹਨੂੰ ਉਹ ਬੁਝਾਵੇ ਉਹੀ ਜਾਣਦਾ ਏ। ਬੜੇ ਤੁਰੇ ਫਿਰਦੇ ਸਾਨੂੰ, ਜਿਹਨੂੰ ਮਰਜ਼ੀ ਪੁੱਛੋ ਟਿਕਾ ਹੈ ਕਿਸੇ ਨੂੰ। ਮਾੜਾ ਜਿਹਾ ਵਿਪਤਾ ਪੈ ਜੇ, ਵਕਤ ਪੈ ਜੇ, ਵੱਡੇ ਵੱਡੇ ਸਾਧ ਭੱਜੇ ਜਾਂਦੇ ਆ। ਕਰੋਨਾ ਕਾਲ ਦੇ ਵਿੱਚ ਲੱਭਿਆ ਜੀ ਕੋਈ? ਮੈਨੂੰ ਤਾਂ ਲੱਭਿਆ। ਵੱਡੇ ਵੱਡੇ ਬ੍ਰਹਮ ਗਿਆਨੀ ਕਹਾਉਂਦੇ ਸੀ ਸਭ ਤੋਂ ਪਹਿਲਾਂ ਦਰਵਾਜ਼ੇ ਉਹਨਾਂ ਦੇ ਲੱਗੇ ਹੋਏ ਸੀ ਗੇਟ, ਕਿ ਵੇਖੀ ਕੋਈ ਰੋਟੀ ਖਾਣ ਆ ਗਿਆ ਨਾ ਟੰਗ ਲਿਆ। ਸਤਨਾਮ ਵੀ ਤੂੰ ਤੇ ਰੱਬ ਦੀਆਂ ਗੱਲਾਂ ਕਰਦਾ, ਤੂੰ ਤੇ ਬੇਪਰਵਾਹ ਹੋ ਤੇ ਕਦੇ ਡਰਦਾ ਹੀ ਨਹੀਂ ਹੁੰਦਾ ਬ੍ਰਹਮ ਗਿਆਨੀ। ਤੈਨੂੰ ਕਾਹਦਾ ਵਕਤ ਪਿਆ ਮੰਜੇ ਤੇ ਬੈਠਾ ਕਰਿਆ? ਡਰ ਕਿਹਨੂੰ ਹੈ? ਜਿਹੜਾ ਸੰਸਾਰੀ ਹੈ। ਜੋ ਨਿਰੰਕਾਰੀ ਹੋਏਗਾ ਨਾ
कोई डर नहीं है। भगत पूर्ण सिंह वर्गे महापुरुष जिन्हां दे नां ते पिंगलवाड़ा चलदा है जाके देखो ते सही, उत्थे जाके पता लगदा साधु कौन हुंदे आ, जीवन कैसा हुंदा है। वो कोड़ियां दे कोड़ हत्थां नाल साफ करनी, गंदगी आप चुकनी, कदे मत्थे वट नहीं पाया। ऐसे महापुरुष वर्गा मिलू किते। रोगियां दे ऐसे रोग से जिहड़े ना इलाज सी लग जांदे सी, कोई अपने हत्थी सेवा करदे रहे। गरीब नवाज कहते जिन्हों परमात्मा जनावे उही ओदी सार जान सकता है। इत्थे ते सारी जिंदगी गवांढी दा नहीं पता लगदा भी कौन है, की करदा है, की रिश्ता सी, अपने दा नहीं पता, रब दा सी कित्थों पता करांगे। राजे ने सुनिया, राजा हैरान हो गया कि एडी गहरी गल है ते मैं वाली गल ही नहीं करदे। कोई ना मैं खत्री, ना मैं बेदी, ना मैं वंशी, ना मैं कोई होर। कहते भाई ये ते दोवे सिरे सतगुर ने निबेड़ते, जम्मण ते मरण दा खौफ ही कोई ना, जम्मण दा डर ना मरण दा ख्याल है कोई, ना भय है कोई। ये सिरे सच्चे सतगुरु परमात्मा निरंकार ने आप ही नवेड़े हन। जियो रहे निबराती, जियो रहे निबराती, कहते जिहदे जी नाल हिरदे नाल ओ रहिंदा ना, ओ सदा ही निभा रहिंदा, निभाउंदा ओही है। सिੱਖੀ निभाउण वाले असीं कौन है? असीं कोई जिहदी सिੱਖੀ कलगीधर पिता आप निभाउण निभा ओही सकदा है। ਇੱਥੇ ਤੇ ਉਹ ਵੇਖ ਕੇ ਵੱਡੇ ਵੱਡੇ ਲਾਈਵ ਹੋ ਕੇ ਜਿਹੜੇ ਕਥਾ ਕਰਦੇ ਸੀ ਵਾਲ ਕੱਟੀ ਜਾਂਦੇ, ਕਹਿੰਦੇ ਚੱਕ ਬਾਬਾ ਤੇਰੀ ਸਿੱਖੀ। ਵੇਖਿਆ ਨਹੀਂ ਪਿਛਲੇ ਦਿਨਾਂ 'ਚ ਫਿਰ ਭੇਡਾਂ ਦਾ ਗੁਰੂ ਜਿਹੋ ਜਿਹਾ ਉਹ ਜਿਹੀਆਂ ਭੇਡਾਂ ਧਰਤੀ ਬਦਲਦੀ ਹੈ ਨਾ ਉਹਦੀ। ਪਰ ਜਿਹਨੂੰ ਗੁਰੂ ਨੇ ਸਿੱਖੀ ਦਿੱਤੀ ਨਾ, ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਿਓ, ਸਿਰਫ ਇੰਨਾ ਹੀ ਰੌਲਾ ਸੀ ਫੀਸ ਕਟਾ ਦੇ ਕੇ ਨਾ ਠੋਕਰਾਂ ਨੂੰ ਹੱਥ। ਉਹ ਸਿੱਖਾਂ ਦਾ ਜਿਹੜੇ ਲਾਈਵ ਹੋ ਕੇ ਵਾਲ ਕੱਟਦੇ ਫਿਰਦੇ ਆ, ਮਸੰਦ ਤੁਰੇ ਫਿਰਦੇ ਆ, ਅਸੀਂ ਇਹਨਾਂ ਨੂੰ ਸਿੱਖ ਸਮਝੀ ਫਿਰਦੇ। ਇਹਨਾਂ ਦੇ ਜਾਣ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਕਿ ਤੇ ਪਹਿਲਾਂ ਹੀ ਅੰਦਰੋਂ ਮੁਨਕਰ ਸੀ ਗੁਰੂ ਕੋਲ ਤੇ ਚਲੇ ਵੀ ਜਾਣਗੇ ਤੇ ਕੀ ਲੋੜ ਆ, ਕੱਚੇ ਆ ਨਾ। ਗੁਰੂ ਸਾਹਿਬ ਕਹਿੰਦੇ ਭਾਈ ਜਿਹਨੂੰ ਰੱਬ ਆਪ ਬਖਸ਼ੇ ਉਹੀ ਨਿਭਾ ਸਕਦਾ ਹੈ। ਸਿੱਖੀ ਮਿਲਣੀ ਕੋਈ ਵੱਡੀ ਗੱਲ ਨਹੀਂ, ਬੜੀ ਦੁਨੀਆ ਸਿੱਖ ਬਣ ਜਾਂਦੀ ਹੈ, ਪਰ ਸਿੱਖ ਤੇ ਉਹੀ ਹੈ ਜਿਹੜਾ ਅੰਤਲੇ ਸਵਾਸ ਤੱਕ ਸਿੱਖੀ ਨਿਭਾਏ ਪੂਜਿਆ ਹੋ ਜਾਂਦਾ। ਆਖੋ ਸਤਿਨਾਮ। ਵੇਖਾਂਗੇ ਅੱਜ ਤੋਂ ਗੁਰੂ ਵਾਲਾ ਬਣਿਆ ਕਦ ਤੱਕ ਰਹੇ। 2-4 ਸਾਲਾਂ ਦਾ ਸਿੱਖ ਤੇ ਨਹੀਂ, 5-7 ਸਾਲਾਂ ਦਾ ਸਿੱਖ ਤੇ ਨਹੀਂ ਨਾ। ਮਤਲਬ ਕਹਿੰਦੇ ਦੋਵੇਂ ਸਿਰੇ ਉਸ ਪਰਮਾਤਮਾ ਸਤਿਗੁਰ ਨੇ ਨਿਬੇੜ ਦਿੰਦੇ ਆ। ਉਹਨੇ ਜਨਾ ਵੀ ਦਿੱਤਾ ਏ ਤੇ ਅੰਦਰ ਸਾਡੇ ਜੀ ਆਤਮਾ ਨੂੰ ਉਹਨੇ ਨਿਭਰਾਤੀ ਨਿਭਾਉਣ ਯੋਗਾ ਕਰਤਾ। ਅਸੀਂ ਨਿਭਾ ਰਹੇ ਹਾਂ ਉਹਦੇ ਨਾਲ, ਉਸ ਯੋਗੀ ਦੇ ਨਾਲੋਂ ਅਸੀਂ ਟੁੱਟੇ ਨਹੀਂ। ਸ਼ਬਦ ਵਸਾਈ ਭਰਮ ਚੁਕਾਏ, ਸਦਾ ਸੇਵਕ ਦਿਨ ਰਾਤੀ। ਜਦੋਂ ਸੇਵਕ ਨੇ ਸ਼ਬਦ ਗਾਇਆ, ਸ਼ਬਦ ਵਿਚਾਰਿਆ, ਸਤਿਗੁਰ ਕਹਿੰਦੇ ਦਿਨ ਰਾਤੀ। ਦਿਨ ਰਾਤੀ ਕੀ ਹੈ? ਦਿਨ ਰਾਤੀ ਆ ਰਾਤੋਂ ਪਿਆਰੇ ਨਿਮਖ ਨਾ ਕੀ ਟੋਟੀ ਨਾ। ਇਹੋ ਤੇ ਇੱਕ ਨਿਮਖ ਵੀ ਉਹਨੂੰ ਛੱਡਦੇ ਨਹੀਂ, ਹਰ ਵੇਲੇ ਜਪਦੇ ਆ ਦਿਨ ਰਾਤ। ਤੇ ਸਾਨੂੰ ਸਾਰੀ ਰਾਤ ਸੌਂ ਕੇ ਕਈ ਵਾਰ ਸਵੇਰੇ ਰੱਬ ਵੀ ਯਾਦ ਨਹੀਂ ਹੁੰਦਾ ਕਿ ਰੱਬ ਦੇ ਪਿਆਰਿਆਂ ਨੂੰ ਕਹਿੰਦੇ ਸੁੱਤਿਆਂ ਵੀ ਸਿਮਰਨ ਚੱਲਦਾ, ਜਾਗਦੇ ਵੀ ਜਪਦੇ ਨੇ, ਕਿਉਂਕਿ ਜਿਹਨੂੰ ਉਹ ਜਪਾਉਂਦਾ ਉਹੀ ਜਪਦਾ ਏ। ਚੌਪਈ ਬਹੁ ਵਿਚਾਰ ਕਰ ਸੋਚਣ ਲੱਗਾ, ਘਟੀ ਬਿਤੈ ਪੁਨ ਕੈ ਵਡ ਭਾਗਾ। ਕਹਿੰਦੇ ਬਹੁਤ ਕੁਝ ਸੋਚੀ ਗਿਆ, ਵਿਚਾਰੀ ਗਿਆ, ਰਾਜੇ ਨੂੰ ਲੱਗਿਆ ਮਨਾ ਮੇਰਿਆ ਇਹ ਆਪ ਹੀ ਪਰਮਾਤਮਾ ਪਰਮੇਸ਼ਵਰ ਗੁਰੂ ਨਾਨਕ ਸਾਹਿਬ ਨੇ, ਇਹਨਾਂ ਨੇ ਕੋਈ ਗੱਲ ਮੈਂ ਵਾਲੀ ਤੇ ਕੀਤੀ ਹੋਣੀ। ਜਿੰਨੇ ਆਉਂਦੇ ਸੀ ਪਹਿਲਾਂ ਕਹਿੰਦੇ ਮੈਂ ਨਾਨਕ। ਰਾਜਾ ਕਹਿੰਦਾ ਭੇਟਾ ਕਹਿੰਦਾ ਲਿਆਓ ਲਿਆਓ ਝੂੜਾ ਕਰੋ, ਲਿਆਓ ਸਾਰਾ ਸੇਵਾ ਕਰਿਆ ਤਾਨ ਕਰਿਆ ਕਰੋ। ਜਿੰਨੇ ਆਉਂਦੇ ਸੀ ਇਹੀ ਕੰਮ ਕਰਦੇ ਸੀ। ਰਾਜਾ ਫਿਰ ਪਰਖਦਾ ਸੀ ਉਹਨਾਂ ਨੂੰ, ਕਹਿੰਦਾ ਕੋਈ ਨਹੀਂ ਸੰਤਾਂ ਦੀ ਚੰਗੀ ਸੇਵਾ ਵੀ ਰਾਤ ਨੂੰ ਲੜਕੀਆਂ ਭੇਜ ਦਿਆ ਕਰੇ। ਸਾਰੇ ਬਾਬੇ ਬਸ ਰੰਗ ਰੋਈਆ ਮਨਾਇਆ, ਜੀਵਨ ਤੋਂ ਭ੍ਰਿਸ਼ਟ ਹੋ ਗਏ, ਸਵੇਰੇ ਮੂੰਹ ਵੀ ਨਹੀਂ ਸੀ ਦਿਖਾਉਂਦੇ। ਪਰ ਇੱਕ ਮਿਲਿਆ ਪਰਮਾਤਮਾ ਪਿਆਰਾ ਜਿਹੜਾ ਤਾੜ ਤਾੜ ਕੇ ਮੂੰਹ ਤੇ ਗੱਲਾਂ ਕਰਦਾ ਏ। ਰਾਜਾ ਅੰਦਰੋਂ ਹਿੱਲ ਗਿਆ, ਅੱਖਾਂ 'ਚੋਂ ਹੰਝੂ ਆ ਗਏ। ਕਹਿੰਦਾ ਇਹ ਉਹੀ ਸੱਜਣ ਪਿਆਰਾ ਸਤਿਗੁਰੂ ਹੈ ਜਿਹੜਾ ਇੱਕ ਨਿਰੰਕਾਰ ਦੀ ਗੱਲ ਕਰਦਾ। ਆਖੋ ਸਤਿਨਾਮ। ਮਨ ਬਣਾਇਆ ਇਹਨਾਂ ਨੂੰ ਮੈਂ ਗੁਰੂ ਧਾਰਨ, ਗੁਰੂ ਧਾਰਨ। ਉਹਨੇ ਕੁਝ ਗੱਲਾਂ ਪੁੱਛੀਆਂ, ਸੋ ਸਮਾਂ ਸਮਾਪਤ, ਸ਼ਬਦ ਦੀ ਵਿਚਾਰ ਸੰਪੂਰਨ ਹੋਈ, ਕਿਉਂਕਿ ਇਸ ਸ਼ਬਦ ਦੁਆਰਾ ਸਤਿਗੁਰਾਂ ਨੇ ਗੱਲ ਨਿਬੇੜਤੀ ਕਿ ਮੈਂ ਕੌਣ ਆ ਜੋੜਨ ਵਾਲਾ ਜਾਂ ਤੂੰ ਕੌਣ ਹੈ। ਜਿਹਨੂੰ ਉਹ ਜੋੜਦਾ ਉਹੀ ਜੁੜਦਾ ਹੈ। ਜਾਤਾਂ ਪਾਤਾਂ ਜਿਹੜੀਆਂ ਨੇ, ਰੱਬ ਨਾਲ ਜਿਹੜਾ ਜੁੜਿਆ ਜੀ ਉਹ ਜਿਹੜੀ ਮਰਜ਼ੀ ਜਾਤ ਦਾ ਹੋਵੇ। ਭਗਤ ਰਵਿਦਾਸ ਲੋਕੀ ਚਮਾਰ ਕਹਿੰਦੇ ਸੀ ਕਿ ਅੱਜ ਬਾਣੀ 'ਚ ਨਹੀਂ ਪੂਜੇ ਜਾਂਦੇ। ਭਗਤ ਕਬੀਰ ਨੂੰ ਲੋਕ ਜਲਾਹਾ ਕਹਿੰਦੇ ਸੀ, ਜਾਤ ਜਲਾਹਾ ਮਤ ਕਾ ਧੀਰ। ਅੱਜ ਬਾਣੀ 'ਚ ਪੂਜਾ ਨਹੀਂ ਹੈ ਉਹਨਾਂ ਦੀ, ਗੁਰੂ ਸਾਹਿਬ ਦੇ ਬਰਾਬਰ ਹੈ। ਕੋਈ ਜਾਤਾਂ ਜੂਤਾਂ ਕੁਛ ਨਹੀਂ ਹੁੰਦੀਆਂ। ਜੇ ਵੱਡੀ ਜਾਤ ਵਿੱਚ ਜੰਮ ਕੇ ਵੀ ਕਰਤੂਤਾਂ ਮਾੜੀਆਂ ਤੇ ਲੋਕੀ ਗਾਲਾਂ ਫੇਰ ਕੱਢਦੇ ਆ।
एक नीच जात विचों जम के उच्चे कर्म कर ले, नीच कुला जुलाहरा प्रगटे गुणी लहीरा। सतगुर कहते आ, भगत कहते ਅਸੀਂ नीच कुला चों जम्मे आ पर दुनिया विच अज भी पूजे जाने आ। क्यों? उन्होंने ਉਹਨੂੰ पूजिया है जिन नानक सतगुर पूजिया, तिन हर पूज करावा। जिन्हें गुरु नानक साहब की पूजा की वो सदा ही पूजिया गया है। वाहिगुरु 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 वाहिगुरु।